ਸਤਿ ਸ਼੍ਰੀ ਅਕਾਲ ਜੀ। ਹਮਦਰ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਦੇ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰ ਹਾਂ ਜੀ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ, ਜਿਹਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ। ਅੱਜ ਦਾ ਪ੍ਰੋਗਰਾਮ ਧਿਆਨ ਨਾਲ ਸੁਣਿਓ, ਧਿਆਨ ਨਾਲ ਦੇਖਿਓ ਤੇ ਆਪਣੀਆਂ ਕਾਲਸ ਜਿਹੜੀਆਂ ਤੁਸੀਂ ਕਰ ਸਕਦੇ ਹੋ, ਕਿਉਂਕਿ ਅੱਜ ਕੁਝ ਜਾਣਕਾਰੀਆਂ ਦੇਣ ਲੱਗੀਆਂ। ਇੱਕ ਤਾਂ ਸਭ ਤੋਂ ਪਹਿਲਾਂ ਜਿਹੜਾ ਮੈਨੀਟੋਬਾ ਦੇ ਵਿੱਚ ਸਟੂਡੈਂਟਸ ਦੇ ਵੱਲੋਂ ਪ੍ਰੋਟੈਸਟ ਕੀਤਾ ਗਿਆ, ਇਹਦੇ ਬਾਰੇ ਅਸੀਂ ਜਾਣਕਾਰੀ ਦੇਵਾਂਗੇ। ਮੈਨੀਟੋਬਾ ਪੀਐਨਪੀ ਲਈ ਕੌਣ-ਕੌਣ ਕੁਆਲੀਫਾਈ ਕਰਦਾ, ਕਿਹਨੂੰ ਇਸ ਦੀ ਜ਼ਿਆਦਾ ਐਡਵਾਂਟੇਜ ਜਿਹੜੀ ਹੈ ਮਿਲ ਸਕਦੀ ਹੈ, ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਨਾਲ ਦੀ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਇੱਕ ਰਿਪੋਰਟ ਆਈ ਹੈ ਜਿਹਦੇ ਵਿੱਚ ਜਿਹੜੇ ਇਸ ਵਕਤ ਵਿਜ਼ਟਰ ਵੀਜ਼ਾ ਲਈ ਸੋਚ ਰਹੇ ਨੇ ਜਾਂ ਜਿਨ੍ਹਾਂ ਨੇ ਵਿਜ਼ਟਰ ਵੀਜ਼ਾ ਦੀਆਂ ਫਾਈਲਸ ਲਗਾਈਆਂ ਹੋਈਆਂ ਨੇ, ਵੱਡੀ ਖਬਰ ਇੱਥੇ ਤੁਹਾਡੇ ਲਈ ਹੋ ਸਕਦੀ ਹੈ। ਕੀ ਵੱਡੀ ਖਬਰ ਹੈ ਵਿਜ਼ਟਰ ਵੀਜ਼ਾ ਐਪਲੀਕੇਸ਼ਨਸ ਨੂੰ ਲੈ ਕੇ, ਇਹ ਵੀ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ। ਨਾਲ ਦੀ ਨਾਲ ਜਿਹੜੇ ਜੀਟੀਏ ਦੇ ਵਿੱਚ ਕਿੰਨਾਂ ਨੂੰ ਹੁਣ ਜਿਨ੍ਹਾਂ ਦੇ ਕੋਲ ਇਲੀਗਲ ਨੇ ਇਸ ਵਕਤ ਡਾਕੂਮੈਂਟਸ ਨਹੀਂ ਹੈਗੇ, ਅਜਿਹੀ ਵੀ ਇੱਕ ਕੈਟਾਗਰੀ ਹੈਗੀ ਆ ਜਿਨ੍ਹਾਂ ਨੂੰ ਹੁਣ ਪੱਕਿਆਂ ਕੀਤਾ ਜਾ ਰਿਹਾ, ਡਾਕੂਮੈਂਟਸ ਪ੍ਰੋਵਾਈਡ ਕਰਵਾਏ ਜਾ ਰਹੇ ਨੇ, ਕਿਹੜੇ ਨੇ ਇਹਨਾਂ ਦੇ ਬਾਰੇ ਵੀ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ। ਕੈਨੇਡੀਅਨ ਇਮੀਗ੍ਰੇਸ਼ਨ ਨੂੰ ਲੈ ਕੇ ਤੁਹਾਡਾ ਕੋਈ ਵੀ ਸਵਾਲ ਹੈ, ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ 'ਚ ਕਾਲ ਕਰ ਸਕਦੇ ਹੋ। ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਕੈਨੇਡੀਅਨ ਇਮੀਗ੍ਰੇਸ਼ਨ ਦੇ ਤਾਜ਼ਾ ਮੁੱਦਿਆਂ ਉੱਤੇ ਗੱਲਬਾਤ ਕਰਨ ਲਈ ਮੇਰੇ ਨਾਲ ਜੁੜ ਚੁੱਕੇ ਨੇ ਜੀ ਆਈਸੀਸੀ ਇਮੀਗ੍ਰੇਸ਼ਨ ਤੋਂ ਮਿਸਟਰ ਮਨੂ ਦੱਤਾ ਜੀ। ਸਵਾਗਤ ਹੈ ਸਰ। ਤਰਨ ਜੀ, ਥੈਂਕ ਯੂ ਵੈਰੀ ਮਚ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਹੀ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ, ਦੇਖਣ ਵਾਲੇ ਭੈਣਾਂ ਭਰਾਵਾਂ ਨੂੰ ਆਈਸੀਸੀ ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ, ਐਮਡੀ ਮਨੂ ਦੱਤਾ ਐਂਡ ਆਰਡੀ ਰਿਪੁਦਮਨ ਸਿੰਘ ਢਿੱਲੋਂ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਐਂਡ ਆਦਾਬ ਐਂਡ ਥੈਂਕ ਯੂ ਵੈਰੀ ਮਚ ਫॉर ਹੈਵਿੰਗ ਅਸ ਔਨ ਇਟ ਜੀ। ਸਰ, ਲਾਸਟ ਟਾਈਮ ਜਦੋਂ ਆਪਾਂ ਡਿਸਕਸ਼ਨ ਕਰਕੇ ਹਟੇ ਸੀ, ਮੈਂ ਅੱਜ ਹੀ ਵੇਖ ਰਹੀ ਸੀ ਨਿਊਜ਼ ਆਈ ਹੈ, ਕਹਿੰਦੇ ਕਿ ਵੀ ਸਿਰਫ ਇਮੀਗ੍ਰੇਸ਼ਨ ਦਾ ਟਾਰਗੇਟ ਨਹੀਂ ਪੂਰਾ ਕੀਤਾ, ਅਚੀਵ ਕੀਤਾ ਹੈਗਾ, ਬਲਕਿ ਨਾਲ ਦੀ ਨਾਲ ਸਭ ਤੋਂ ਜ਼ਿਆਦਾ ਫ੍ਰੈਂਚ ਸਪੀਕ ਜਿਹੜੇ ਬੋਲਣ ਵਾਲੇ ਨੇ ਉਹਨਾਂ ਦੇ ਵਿੱਚ ਵੀ ਇਸ ਵਾਰੀ ਸਭ ਤੋਂ ਜ਼ਿਆਦਾ ਮਤਲਬ ਕਿ ਇਨਵੀਟੇਸ਼ਨਸ ਆਏ ਆ, ਬਹੁਤ ਜ਼ਿਆਦਾ ਬੁਲਾਏ ਗਏ ਨੇ। ਸੋ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਫ੍ਰੈਂਚ ਜਿਹੜੇ ਆ ਫ੍ਰੈਂਕੋਫੋਨਿਸ ਜਿਹੜੇ ਹੈਗੇ ਆ ਉਹਨਾਂ ਨੂੰ ਹੁਣ ਇਸ ਵਕਤ ਜ਼ਿਆਦਾ ਇਹ ਤਰਜੀਹ ਦੇ ਰਹੇ ਨੇ। ਤਰਨ, ਤਕਰੀਬਨ 4,37,000 ਇਮੀਗ੍ਰੈਂਟਸ 2022 ਦੇ ਵਿੱਚ ਲੈਂਡ ਕੀਤੇ ਨੇ ਐਂਡ ਫ੍ਰੈਂਕੋਫੋਨ ਦੀ ਜਿਹੜੇ ਨੰਬਰਸ ਹੈਗੇ ਨੇ ਤਕਰੀਬਨ 37,000 ਦੇ ਆਸ-ਪਾਸ ਫ੍ਰੈਂਕੋਫੋਨਸ ਹੈਗੇ ਨੇ, ਫ੍ਰੈਂਚ ਸਪੀਕਿੰਗ ਹੈਗੇ ਨੇ। ਕੁਝ ਰੀਜਨਸ ਇਹੋ ਜਿਹੇ ਹੈਗੇ ਨੇ ਜਿਹੜੇ ਰੀਅਲੀ ਫ੍ਰੈਂਚ ਸਪੀਕਿੰਗ ਹੈਗੇ ਨੇ, ਜਿਸ ਤਰ੍ਹਾਂ ਅਸੀਂ ਨਿਊ ਬ੍ਰੰਸਵਿਕ ਲੈ ਲਈਏ, ਉੱਥੇ ਇੰਗਲਿਸ਼ ਨਾਲੋਂ ਫ੍ਰੈਂਚ ਜ਼ਿਆਦਾ ਬੋਲੀ ਜਾਂਦੀ ਹੈ। ਸੋ ਉੱਥੇ ਅਸੀਂ ਓਨਟਾਰੀਓ ਦੇ ਵਿੱਚ ਵੀ ਕੁਝ ਨੰਬਰਸ ਹੈਗੇ ਨੇ। ਸੋ ਕੁਝ ਇੱਕ ਏਰੀਆਜ਼ ਹਰ ਪ੍ਰੋਵਿੰਸ ਦੇ ਵਿੱਚ ਹੁੰਦੇ ਨੇ ਐਂਡ ਪ੍ਰੋਵਿੰਸ ਬਿਕੋਜ਼ ਇਟਸ ਅ ਮਲਟੀਕਲਚਰਲ ਐਂਡ ਡੂਅਲ ਮੇਜਰ ਲੈਂਗੁਏਜ ਅਸੀਂ ਯੂਜ਼ ਕਰਦੇ ਹਾਂ ਕੈਨੇਡਾ ਦੇ ਵਿੱਚ, ਆਫੀਸ਼ੀਅਲ ਲੈਂਗੁਏਜ ਇੰਗਲਿਸ਼ ਐਂਡ ਫ੍ਰੈਂਚ। ਸੋ ਦੋਨਾਂ ਨੂੰ ਉਹਨਾਂ ਨੂੰ ਆਪਣੇ ਤਰਜੀਹ ਦੇਣੀ ਪੈਂਦੀ ਹੈਗੀ। ਸੋ ਦੈਟ ਇਜ਼ ਅ ਰੀਜ਼ਨ ਐਂਡ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਫ੍ਰੈਂਕੋਫੋਨਸ ਦੇ ਉੱਤੇ ਫੋਕਸ ਰੱਖਿਆ ਜਾਊਗਾ। ਅਦਰ ਦੈਨ ਕਿਊਬੈਕ ਕਾਫੀ ਸਾਰੇ ਫ੍ਰੈਂਕੋਫੋਨਸ ਕੈਨੇਡਾ ਦੇ ਵਿੱਚ ਹਮੇਸ਼ਾ ਲੈਂਡ ਕਰਦੇ ਨੇ ਜੀ। ਸਰ, ਨਾਲ ਦੀ ਨਾਲ ਥੋੜਾ ਜਿਹਾ ਆਪਾਂ ਡਰਾਅ ਦੀ ਵੀ ਗੱਲ ਕਰ ਲਈਏ। ਲਾਸਟ ਪ੍ਰੋਗਰਾਮ ਤੋਂ ਬਾਅਦ ਨਾਲ ਹੀ ਡਰਾਅ ਆ ਗਿਆ ਸੀਗਾ। ਸੋ ਡਰਾਅ ਦੇ ਵਿੱਚ ਵੀ ਕਹਿੰਦੇ ਕੁਝ ਗਲਿਚ ਦੇਖਣ ਨੂੰ ਮਿਲਿਆ ਸੀ, ਪਰ ਕਿੰਨੇ ਕੁ ਇਨਵੀਟੇਸ਼ਨਸ ਆਏ ਨੇ? ਤਰਨ ਜੀ, ਜਨਵਰੀ ਦੇ ਮਹੀਨੇ ਦੇ ਵਿੱਚ 2 ਅਸੀਂ ਇਨਵੀਟੇਸ਼ਨਸ ਦੇਖ ਚੁੱਕੇ ਹਾਂ। ਪਹਿਲਾ 11 ਜਨਵਰੀ ਨੂੰ ਸੀਗਾ, ਦੂਸਰਾ 18 ਜਨਵਰੀ ਨੂੰ ਸੀਗਾ ਸੀ ਐਂਡ ਦੋਨੋਂ ਡਰਾਅਸ ਦੇ ਵਿੱਚ 5500 ਇਨਵੀਟੇਸ਼ਨਸ ਦਿੱਤੇ ਗਏ ਨੇ। ਸੋ 11,000 ਇਨਵੀਟੇਸ਼ਨਸ ਜਨਵਰੀ ਦੇ ਮਹੀਨੇ ਦੇ ਵਿੱਚ ਦਿੱਤੇ ਗਏ ਨੇ। ਸੋ ਜਿਹੜਾ ਲਾਸਟ ਡਰਾਅ ਗਿਆ ਹੈਗਾ 490 ਦੇ ਕੱਟ ਆਫ ਤੇ ਗਿਆ ਤਰਨ ਜੀ, 490 and it's a good score on February ਵਾਲੇ ਜਿਹੜੇ ਸਕੋਰਸ ਹੈਗੇ ਨੇ ਵੀ ਪ੍ਰੋਬਬਲੀ ਅਰਾਊਂਡ 485 ਦੇ ਆਸ-ਪਾਸ, 486 ਦੇ ਆਸ-ਪਾਸ ਵੀ ਆਰ ਐਕਸਪੈਕਟਿੰਗ ਤੇ ਜਾਣਗੇ ਜੀ। ਕੋਈ ਲੱਗਦਾ ਹੈ ਚੇਂਜਸ ਵਗੈਰਾ ਐਕਸਪ੍ਰੈਸ ਐਂਟਰੀ ਦੇ ਵਿੱਚ ਕੇਸ ਵਾਲੀ ਬਿਲਕੁਲ ਤਰਨ ਜੀ, ਯੂ ਆਰ ਐਬਸੋਲੂਟਲੀ ਰਾਈਟ। ਸਕੋਰਸ ਦੇ ਨਾਲ-ਨਾਲ ਆਕੂਪੇਸ਼ਨ ਸਪੈਸੀਫਿਕ ਡਰਾਅਸ ਵੀ ਫੈਬਰਰੀ ਤੋਂ ਇਨੀਸ਼ੀਏਟ ਹੋ ਰਹੇ ਨੇ। ਸੋ ਅਸੀਂ ਆਕੂਪੇਸ਼ਨ ਸਪੈਸੀਫਿਕ ਡਰਾਅਸ ਵੀ ਦੇਖਾਂਗੇ ਐਂਡ ਇਹਦੇ ਵਿੱਚ ਜ਼ਰੂਰ ਇੱਕ ਚੀਜ਼ ਕਹਿਣਾ ਚਾਹਾਂਗਾ ਕਿ ਡਾਕਟਰਸ ਜਿੰਨੇ ਵੀ ਸਾਨੂੰ ਸੁਣ ਰਹੇ ਨੇ, ਦੇਖ ਰਹੇ ਨੇ, ਆਪਣੇ ਪ੍ਰੋਫਾਈਲ ਜ਼ਰੂਰ ਕ੍ਰੀਏਟ ਕਰੋ ਐਂਡ ਈਵਨ ਜਿਹੜੇ ਸੌਫਟਵੇਅਰ ਟੈਕ ਤੋਂ ਤੁਹਾਡਾ ਐਕਸਪੀਰੀਅੰਸ ਹੈਗਾ, ਟੈਕ ਦੇ ਵਿੱਚ ਕਿਸੇ ਵੀ ਟ੍ਰੇਡ ਦੇ ਵਿੱਚ ਹੈਗੇ ਹੋ, ਕ੍ਰੀਏਟ ਯੂਰ ਪ੍ਰੋਫਾਈਲਸ। ਤੁਸੀਂ ਰਾਦਰ ਕਿਸੇ ਵੀ ਟ੍ਰੇਡ ਦੇ ਵਿੱਚ ਹੈਗੇ, ਈਵਨ ਕੰਸਟਰਕਸ਼ਨ ਲੇਬਰ ਹੈਗੇ ਹੋ, ਕੰਸਟਰਕਸ਼ਨ ਦੇ ਵਿੱਚ ਕੰਮ ਕਰ ਰਹੇ ਹੋ, ਸੁਪਰਵਾਈਜ਼ਰ, ਆਈਟੀਆਈ ਹੈਗੇ ਹੋ, ਵੈਲਡਰ ਹੈਗੇ ਹੋ, ਇਲੈਕਟ੍ਰੀਸ਼ੀਅਨ ਹੈਗੇ ਹੋ, ਪਲੰਬਰਸ ਹੈਗੇ ਹੋ, ਆਟੋ ਮਕੈਨਿਕ, ਡੀਜ਼ਲ ਮਕੈਨਿਕ, ਜਿਸ ਵੀ ਫੀਲਡ ਦੇ ਵਿੱਚ ਹੈਗੇ ਹੋ, ਆਪਣੇ ਪ੍ਰੋਫਾਈਲ ਜ਼ਰੂਰ ਕ੍ਰੀਏਟ ਕਰੋ ਬਿਕੋਜ਼ ਓਨਟਾਰੀਓ ਨੇ ਵੀ 336 ਤੇ ਐਕਸਪ੍ਰੈਸ਼ਨ ਆਫ ਇੰਟਰਸਟ ਦਿੱਤਾ ਹੈਗਾ। ਸੋ ਅੱਜ ਦੀ ਤਰੀਕ ਦੇ ਵਿੱਚ ਸੀਐਨਸੀ ਪ੍ਰੋਗਰਾਮਰਸ, ਹਰ ਜਿਸ ਵੀ ਫੀਲਡ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ, ਜੇ ਟ੍ਰੇਡ ਦੇ ਵਿੱਚ ਹੈਗੇ ਹੋ, ਇਟ ਇਜ਼ ਅ ਗੋਲਡਨ ਟਾਈਮ ਫॉर ਯੂ ਕਿ 2023 ਮੇਬੀ ਕੀ ਕਹਿੰਦੇ ਆ ਜ਼ਿੰਦਗੀ ਦਾ ਕਹਿੰਦਾ ਚੇਂਜ ਕਰਨ ਵਾਲਾ ਗੋਲਡਨ ਟਾਈਮ, ਚੇਂਜ ਕਰਨ ਵਾਲਾ ਇਵੈਂਟ ਈਅਰ ਹੁੰਦਾ, ਟਰਨਿੰਗ ਪੁਆਇੰਟ। ਸੋ 2023 ਵਿਲ ਬੀ ਅ ਟਰਨਿੰਗ ਪੁਆਇੰਟ ਫॉर ਲੋਟ ਆਫ ਟ੍ਰੇਡਸ ਪੀਪਲ। ਸੋ ਜਿੰਨੇ ਵੀ ਟ੍ਰੇਡਸ ਵਾਲੇ ਸੁਣ ਰਹੇ ਨੇ, ਡਾਕਟਰ ਸੁਣ ਰਹੇ ਨੇ, ਟੈਕ ਤੋਂ ਫੀਲਡ ਤੋਂ ਹੈਗੇ ਹੋ, ਕ੍ਰੀਏਟ ਯੂਰ ਪ੍ਰੋਫਾਈਲਸ। ਦੈਟ ਇਜ਼ ਦੀ ਓਨਲੀ ਬੈਸਟ ਸੁਜੈਸ਼ਨਸ ਆਈ ਕੈਨ ਗਿਵ ਯੂ ਐਟ ਦਿਸ ਮੋਮੈਂਟ। ਮਤਲਬ ਸਕੋਰਸ ਦੇ ਨਾਲ ਨਾਲ ਇਸ ਵਾਰੀ ਜਿਹੜੇ ਇਸ ਫੀਲਡ ਦੇ ਵਿੱਚ ਹੈਗੇ ਉਹਨਾਂ ਨੂੰ ਵੀ ਨਾਲ ਤਰਜੀਹ ਮਿਲ ਸਕਦੀ ਆ। ਸੋ ਮਤਲਬ ਜਿਨ੍ਹਾਂ ਦੇ ਵੈਸ ਵਗੈਰਾ ਕਰਵਾਈ ਹੋਈ ਆ ਜਾਂ ਜਿਨ੍ਹਾਂ ਦੇ ਆਲਰੇਡੀ ਸਾਰਾ ਕੁਝ ਡਾਕੂਮੈਂਟਸ ਰੈਡੀ ਨੇ, ਤਾਂ ਹੁਣ ਉਹਨਾਂ ਨੂੰ ਪੂਲ 'ਚ ਫਾਈਲ ਲਗਾ ਦੇਣੀ
ਕਰਨੀ ਚਾਹੀਦੀ ਹੈ ਬਿਨਾਂ ਸੋਚੇ ਤਰਨ ਜੀ, ਬਿਕੋਜ਼ ਦਿਸ ਇਜ਼ ਦਾ ਬੈਸਟ ਟਾਈਮ ਐਂਡ ਫੈਬਰਰੀ ਔਨਵਰਡਸ ਪਤਾ ਚੱਲਣਾ ਸ਼ੁਰੂ ਹੋ ਜਾਏਗਾ, ਇਨਕਲੀਨੇਸ਼ਨਸ ਪਤਾ ਚੱਲ ਜਾਣ, ਬਿਕੋਜ਼ ਇਸ ਟਾਈਮ ਤੇ ਤੁਸੀਂ ਦੇਖੋ ਲੇਟੈਸਟ ਸਾਡੇ ਓਨਟਾਰੀਓ ਦੇ ਵੀ ਜਿਹੜੇ ਸਾਡੇ ਪ੍ਰੀਮੀਅਰ ਹੈਗੇ ਨੇ, ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਕਿ ਬਾਕੀ ਪ੍ਰੋਵਿੰਸਿਸ ਤੋਂ ਜਿਹੜੀ ਨਰਸਿਸ ਹੈਗੀਆਂ ਕੰਮ ਕਰ ਰਹੀਆਂ, ਦੇ ਆਰ ਮੋਸਟ ਵੈਲਕਮ ਟੂ ਓਨਟਾਰੀਓ, ਰਾਈਟ। ਉਹਨਾਂ ਨੇ ਵੀ ਇਹ ਸਟੇਟਮੈਂਟ ਦਿੱਤੀ। ਸੋ ਇਸ ਟਾਈਮ ਤੇ ਹੈਲਥ ਕੇਅਰ ਹਰ ਪ੍ਰੋਵਿੰਸ ਦੀ ਪ੍ਰਾਇੋਰਟੀ ਬਣ ਗਿਆ ਹੋਇਆ। ਡਾਕਟਰਸ ਨੂੰ ਲੈ ਲਈਏ, ਅਸੀਂ ਨੋਵਾ ਸਕੋਸ਼ੀਆ ਦੀ ਗੱਲ ਕਰ ਲਈਏ, ਅਸੀਂ ਕਿਸੇ ਵੀ ਪ੍ਰੋਵਿੰਸ ਦੀ ਗੱਲ ਕਰ ਲਈਏ, ਨਰਸਿਸ ਦੀ ਗੱਲ ਕਰ ਲਈਏ, ਡਾਕਟਰਸ, ਹੈਲਥ ਕੇਅਰ ਵਰਕਰਸ ਆਰ ਇਨ ਹਾਈ ਡਿਮਾਂਡ, ਔਰ ਹਰ ਪ੍ਰੋਵਿੰਸ ਚਾਹੁੰਦਾ ਕਿ ਉਹਨਾਂ ਦੇ ਕੋਲ ਸਿਲੀਕਨ ਵੈਲੀ ਬਣੇ। ਸੋ ਉਹਦੇ ਵਾਸਤੇ ਸਿਲੀਕਨ ਵੈਲੀ ਬਣਾਉਣ ਵਾਸਤੇ ਉਹਨਾਂ ਨੂੰ ਟੈਕ ਵਾਲੇ EMPLOYEES ਚਾਹੀਦੇ ਨੇ। ਸੋ ਆਈ ਥਿੰਕ ਐਂਡ ਟ੍ਰੇਡਸ ਦੇ EMPLOYEES ਹਰ ਜਗ੍ਹਾ ਚਾਹੀਦੇ ਨੇ ਇਸ ਟਾਈਮ ਤੇ। ਜਿੰਨੇ ਕੰਸਟਰਕਸ਼ਨ ਵਰਕਰਸ ਟ੍ਰੇਡ ਤੋਂ ਦੁਖੀ ਹੈਗੇ ਨੇ ਬਿਕੋਜ਼ ਦੇ ਡੂ ਨਾਟ ਹੈਵ ਵਰਕਰਸ। ਅਸੀਂ ਬ੍ਰਿਕਲੇਅਰਸ ਦੀ ਗੱਲ ਕਰ ਲਈਏ, ਅਸੀਂ ਕੰਕਰੀਟ ਫਿਨਿਸ਼ਰਸ ਦੀ ਗੱਲ ਕਰ ਲਈਏ, ਇਲੈਕਟ੍ਰੀਸ਼ੀਅਨਸ ਦੀ ਗੱਲ ਕਰ ਲਈਏ, ਪਲੰਬਰਸ ਦੀ ਗੱਲ ਕਰ ਲਈਏ, ਵੈਲਡਰਸ ਦੀ ਗੱਲ ਕਰ ਲਈਏ, ਦੇ ਆਰ ਸ਼ਾਰਟ ਆਫ CNC ਮਸ਼ੀਨਿਸਟ ਦੀ ਗੱਲ ਕਰ ਲਈਏ, ਦੇ ਆਰ ਸ਼ਾਰਟ ਆਫ ਥੀਸ। ਸੋ ਹਰ ਟ੍ਰੇਡ ਇਸ ਟਾਈਮ ਤੇ ਇਨ ਡਿਮਾਂਡ ਹੈਗਾ। ਐਂਡ ਜਿਹੜੀ ਚੀਜ਼ ਹੈਗੀ ਹੈ, ਹੋਇਆ ਕੀ ਹੈਗਾ ਤਰਨ, ਬੇਸਿਕਲੀ ਆਪ ਪਹਿਲਾਂ ਵੀ ਸ਼ਾਰਟੇਜਿਸ ਸੀਗੀਆਂ ਬਟ ਇੰਨੀਆਂ ਜ਼ਿਆਦਾ ਸ਼ਾਰਟੇਜਿਸ ਨਹੀਂ ਸੀਗੀਆਂ। ਉਹਦਾ ਰੀਜ਼ਨ ਸੀਗਾ ਕੋਵਿਡ ਨੇ ਫੋਰਸ ਕੀਤਾ ਬਹੁਤ ਸਾਰੇ ਲੋਕਾਂ ਨੂੰ ਰਿਟਾਇਰ ਹੋਣ ਵਾਸਤੇ, ਜਿਨ੍ਹਾਂ ਨੂੰ ਅਗਲੇ 2 ਸਾਲ 5 ਸਾਲ 10 ਸਾਲ ਕੰਮ ਕਰਨਾ ਸੀਗਾ, ਉਹ ਕੋਵਿਡ ਨੇ ਉਹਨਾਂ ਨੂੰ ਦੱਸਤਾ ਕਿ ਤੁਸੀਂ ਰਿਟਾਇਰ ਹੋ ਕੇ ਘਰ ਬੈਠੋ। ਸੋ ਉਹਦੇ ਕਰਕੇ ਆ ਸ਼ਾਰਟੇਜਸ ਇਮੀਡੀਏਟਲੀ ਇੰਨੀਆਂ ਵੱਧ ਗਈਆਂ ਹੈਗੀਆਂ ਜੀ। ਜੇ ਤੁਸੀਂ ਸ਼ਾਰਟੇਜ ਦੀ ਗੱਲ ਕਰਦੇ ਹੋ ਤਾਂ ਇਸ ਵਕਤ ਇਹ ਵੀ ਕਿਹਾ ਜਾ ਰਿਹਾ ਕਿ ਓਨਟਾਰੀਓ ਦੇ ਵਿੱਚ ਘੱਟੋ ਘੱਟ 3 ਲੱਖ ਦੇ ਕਰੀਬ 4 ਲੱਖ ਦੇ ਕਰੀਬ ਲੇਬਰ ਜੌਬਸ ਇਸ ਵਕਤ ਅਵੇਲੇਬਲ ਹੈਗੀਆਂ। ਅੱਜ ਹੀ ਸਾਡੀ MPP ਨਾਲ ਮੁਲਾਕਾਤ ਹੋਈ ਸੀ, ਉਦੋਂ ਗੱਲਬਾਤ ਹੋ ਰਹੀ ਸੀ, ਪਰ ਇਸ ਦਾ ਅਸਰ ਥੋੜਾ ਜਿਹਾ ਪੋਜ਼ਿਟਿਵ ਵੀ ਦੇਖਣ ਨੂੰ ਮਿਲ ਰਿਹਾ। ਖਾਸ ਤੌਰ ਤੇ GTA ਦੇ ਵਿੱਚ ਕਹਿੰਦੇ ਕੁਝ ਅਜਿਹੇ ਵਰਕਰਸ ਹੈਗੇ ਜਿਨ੍ਹਾਂ ਕੋਲ ਡਾਕੂਮੈਂਟਸ ਨਹੀਂ ਹੈਗੇ, ਤਾਂ ਉਹਨਾਂ ਨੂੰ ਗਵਰਨਮੈਂਟ ਨੇ ਇਨਵੀਟੇਸ਼ਨ ਦੇਣ ਨੂੰ ਤਿਆਰ ਹੈ। ਬਿਲਕੁਲ ਤਰਨ, ਕੰਸਟਰਕਸ਼ਨ ਜੌਬਸ ਹੁਣ ਤੁਸੀਂ ਦੇਖੋ ਕਿ ਕਿੰਨੀਆਂ ਸ਼ਾਰਟੇਜਸ ਹੈਗੀਆਂ ਕਿ ਇੱਕ ਨਵਾਂ ਪਾਇਲਟ ਬਣਾ ਦਿੱਤਾ ਗਿਆ। 2019 ਦੇ ਵਿੱਚ ਵੀ ਇਸ ਪਾਇਲਟ ਦੇ ਵਿੱਚ ਥੋੜਾ ਜਿਹਾ ਕੰਮ ਹੋਇਆ ਸੀਗਾ। ਸੋ ਇਹ ਉਹਨਾਂ ਵਾਸਤੇ ਲਾਹੇਵੰਦ ਸੀਗਾ ਜਿਹੜੇ ਆਊਟ ਆਫ ਸਟੇਟਸ ਹੈਗੇ ਨੇ, ਜਿਨ੍ਹਾਂ ਦੇ ਕੋਲ ਅੱਜ ਦੀ ਤਰੀਕ ਦੇ ਵਿੱਚ ਕੈਨੇਡਾ ਦੇ ਵਿੱਚ ਕੋਈ ਸਟੇਟਸ ਨਹੀਂ ਹੈਗਾ, GTA ਦੇ ਵਿੱਚ ਕੰਮ ਕਰ ਰਹੇ ਨੇ। ਸੋ ਜਿਹੜੇ ਕੰਸਟਰਕਸ਼ਨ ਲੇਬਰ ਦੇ ਵਿੱਚ ਹੈਗੇ ਨੇ, ਕੰਸਟਰਕਸ਼ਨ ਕਾਂਗਰਸ ਦੇ ਨਾਲ ਜੁੜੇ ਹੋਏ ਨੇ, ਲੇਬਰ ਕਾਂਗਰਸ ਦੇ ਨਾਲ ਜੁੜੇ ਹੋਏ ਨੇ, ਉਹਨਾਂ ਦੇ ਮੈਂਬਰਸ ਹੈਗੇ ਨੇ, ਉਹਨਾਂ ਕੋਲ ਇਖਤਿਆਰ ਚਲਾ ਗਿਆ ਕਿ CLC ਵਿਲ ਵਰਕ ਵਿਦ IRCC। ਸੋ 1000 ਜਿਹੜੇ ਆਊਟ ਆਫ ਸਟੇਟਸ ਵਰਕਰਸ ਹੈਗੇ ਨੇ, ਉਹਨਾਂ ਨੂੰ ਸਟੇਟਸ ਮਿਲ ਸਕਦਾ ਹੈ ਵਿਦ ਫੈਮਿਲੀ। ਸੋ ਦਿਸ ਇਜ਼ ਅ ਬਿਗ ਨਿਊਜ਼। ਆਊਟ ਆਫ ਸਟੇਟਸ ਹੈਗੇ ਹੋ, ਰਿਫਿਊਜੀ ਹੈਗੇ ਹੋ ਜਾਂ ਕਿਸੇ ਸਟੇਟਸ ਤੋਂ ਬਾਹਰ ਹੈਗੇ ਹੋ, ਤੇ ਤੁਹਾਨੂੰ ਸਟੇਟਸ ਮਿਲਣ ਜਾ ਰਿਹਾ ਵਿਦ ਫੈਮਿਲੀ। ਉਹ ਤੇ ਉਮੀਦ ਛੱਡੀ ਬੈਠੇ ਹੋਣਗੇ, ਦੇ ਮਸਟ ਬੀ ਉਹ ਸਟੇਜ ਦੇ ਵਿੱਚ ਆ ਗਏ ਹੋਣਗੇ, ਉਹ ਬਸ ਕੰਮ ਕਰੀ ਜਾ ਰਹੇ, ਬਟ ਉਹਨਾਂ ਨੂੰ ਪਤਾ ਨਹੀਂ ਕਿ ਹੋਣਾ ਕੀ ਹੈਗਾ। ਇਟ ਇਜ਼ ਅ ਸਿਲਵਰ ਲਾਈਨਿੰਗ, ਕਿੰਨੀ ਵੱਡੀ ਸਿਲਵਰ ਲਾਈਨਿੰਗ ਹੈ। ਸੋ ਇੱਕ ਇੰਡਸਟਰੀ ਨੂੰ ਅਸੀਂ ਟਾਰਗੇਟ ਇਸ ਟਾਈਮ ਤੇ ਕਰ ਰਹੇ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਐਸੇ ਵਾਸਤੇ ਅਨਡਾਕੂਮੈਂਟਡ ਵਰਕਰ ਦੀ, ਤੁਸੀਂ ਯਾਦ ਹੈ ਤਾਂ ਅਸੀਂ 2-3 ਪ੍ਰੋਗਰਾਮ ਵੀ ਕੀਤੇ ਨੇ, ਤੇ ਅਸੀਂ ਉਸੇ ਦਾ ਇੱਕ ਫਸਟ ਸਟੈਪ ਹੈਗਾ ਕਿ ਅਨਡਾਕੂਮੈਂਟਡ ਵਰਕਰਸ ਖਾਸ ਕਰ ਹੁਣ ਟ੍ਰੇਡਸ ਨੂੰ ਫੜ ਕੇ ਕੀਤਾ ਗਿਆ ਜੀ। ਸੋ ਜੇ ਤੁਸੀਂ ਗੱਲ ਕਰਦੇ ਹੋ ਇਹਨਾਂ ਵਰਕਰਸ ਦੀ ਗੱਲ ਕਰਦੇ ਹੋ, ਪਿਛਲੇ ਜੇ ਪੈਂਡੈਮਿਕ ਤੋਂ ਬਾਅਦ ਦੇਖੀਏ ਨਾ, ਕਾਫੀ ਅਨਪ੍ਰੈਡਿਕਟੇਬਲ ਡਿਸੀਜਨਸ ਲਏ ਗਏ ਨੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ। 21-22 ਦੀ ਗੱਲ ਕਰੀਏ, 75 ਤੇ ਡਰਾ ਨਿਕਲਣਾ, TR to PR ਹਨਾ ਪਾਥਵੇ ਲੈ ਕੇ ਆਉਣਾ। ਸੋ ਅਜਿਹੇ ਦੇ ਵਿੱਚ ਹੁਣ ਜਿਵੇਂ ਇੱਕ ਹੋਰ ਇਹਨਾਂ ਨੇ 1000 ਤੱਕ ਕਰ ਦਿੱਤੀਆਂ ਅਨਡਾਕੂਮੈਂਟਡ ਵਰਕਰਸ ਦੇ ਲਈ। ਅਜਿਹੇ ਚ ਮੈਨੀਟੋਬਾ ਵੱਲ ਥੋੜਾ ਜਿਹਾ ਆਪਾਂ ਫੋਕਸ ਜ਼ਰੂਰ ਕਰਨਾ ਚਾਹਾਂਗੇ। ਮੈਨੀਟੋਬਾ ਦੀ ਗੱਲ ਕੀਤੀ ਜਾਵੇ, ਸਟੂਡੈਂਟਸ ਇਸ ਵਕਤ ਉੱਥੇ ਪ੍ਰੋਟੈਸਟ ਕਰ ਰਹੇ ਨੇ। ਇੰਡੀਆ ਤੋਂ ਉੱਥੇ ਏਜੰਟਸ ਕਈ ਵਾਰ ਇਹ ਕਹਿ ਦਿੰਦੇ ਕਿ ਤੁਸੀਂ ਫਲਾਨੀ ਜਗ੍ਹਾ ਤੇ ਪ੍ਰੋਵਿੰਸ ਤੇ ਤੁਸੀਂ ਕਿਤੇ ਵੀ ਕਰ ਲਓ, ਉਸ ਤੋਂ ਬਾਅਦ ਮੈਨੀਟੋਬਾ ਲਈ ਤੁਸੀਂ PNP ਲਈ ਐਲੀਜੀਬਲ ਹੋ ਸਕਦੇ ਹੋ। ਬਟ ਦਾ ਥਿੰਗ ਇਜ਼ ਹੁਣ ਜਿਹੜੇ ਸਟੂਡੈਂਟਸ ਉੱਥੇ ਜਾ ਰਹੇ ਨੇ, ਪਿਛਲੇ 2-2 ਸਾਲ ਤੋਂ ਉੱਥੇ ਕੰਮ ਵੀ ਕਰ ਰਹੇ ਨੇ, ਕਿਸੇ ਕੋਲ ਸਾਲ ਦਾ ਐਕਸਪੀਰੀਅੰਸ ਆ, ਬਟ ਦਾ ਥਿੰਗ ਇਜ਼ ਕਿ ਪ੍ਰੋਵਿੰਸ ਤੋਂ ਮੂਵ ਕਰਨ ਤੋਂ ਬਾਅਦ ਉੱਥੇ ਜਾ ਕੇ PNP ਲਈ ਐਲੀਜੀਬਲ ਹੋਣ ਲਈ ਫਿਰਾਕ ਵਿੱਚ ਸੀਗੇ, ਪਰ ਨਹੀਂ ਹੋ ਪਾ ਰਿਹਾ ਹੈਗਾ। 700 ਤੋਂ ਤੱਕ ਪੁਆਇੰਟਸ ਜਾ ਰਹੇ ਨੇ ਤੇ ਹੁਣ ਪ੍ਰੋਟੈਸਟ ਹੋ ਰਹੇ ਨੇ। ਤਰਨ ਪਤਾ ਕੀ ਹੈਗਾ ਜੀ, ਸਟੂਡੈਂਟਸ ਵੀ ਟਿਕਟੌਕ ਦੇ ਗੁਰੂਜ਼ ਦੇ ਉੱਤੇ ਜ਼ਿਆਦਾ ਉਹਨਾਂ ਤੇ ਰਿਲਾਈ ਕਰਦੇ ਨੇ ਕਿ ਮੈਨੀਟੋਬਾ ਚੱਲ ਜਾਓ ਜੀ। ਬਟ ਮੈਨੀਟੋਬਾ ਦਾ ਪੁਆਇੰਟ ਸਿਸਟਮ ਤੇ ਪਹਿਲੇ ਦਾ ਐਗਜ਼ਿਸਟ ਕਰ ਰਿਹਾ। ਉੱਥੇ ਪਹਿਲੇ ਦਾ ਨਜ਼ਰ ਆ ਰਿਹਾ ਕਿ ਤੁਸੀਂ ਜੇ ਕੈਨੇਡਾ ਤੋਂ ਮੈਨੀਟੋਬਾ 'ਚ ਪੜ੍ਹਾਈ ਨਹੀਂ ਕੀਤੀ, ਤੁਸੀਂ ਕਿਤੇ ਹੋਰ ਪੜ੍ਹਾਈ ਕੀਤੀ ਹੈ, ਤੇ ਤੁਹਾਨੂੰ -100 ਪੁਆਇੰਟਸ ਹੋਣਗੇ। ਉੱਥੇ ਇਹ ਵੀ ਨਜ਼ਰ ਆ ਰਿਹਾ ਕਿ ਤੁਸੀਂ ਕਿਤੇ ਹੋਰ ਕੰਮ ਕੀਤਾ ਹੋਇਆ ਤੇ ਮੈਨੀਟੋਬਾ ਜਾ ਕੇ ਤਾਂ ਤੁਹਾਡਾ -100 ਪੁਆਇੰਟਸ ਹੋਰ ਹੋਣਗੇ। ਸੋ -200 ਪੁਆਇੰਟਸ ਤਾਂ ਹੋਗੇ। ਤੁਸੀਂ ਉੱਥੇ ਜਿਹੜੇ ਡਰਾਜ਼ ਅਸੀਂ ਦੇਖ ਰਹੇ ਹਾਂ ਉਹ 700 ਤੇ ਦੇਖ ਰਹੇ ਹਾਂ, 734, 713 ਤੇ ਦੇਖ ਰਹੇ ਹਾਂ, 750 ਤੇ ਦੇਖ ਰਹੇ ਹਾਂ, 711 ਤੇ, 771 ਤੇ, ਅਬਵ 700। ਪਿਛਲੇ 7-8 ਡਰਾਜ਼ ਕਰ ਲਈਏ ਤੇ 700 ਤੋਂ ਅਬਵ ਹੈਗੇ ਨੇ। ਬਟ ਇੰਟਰਨੈਸ਼ਨਲ ਸਟੂਡੈਂਟ ਉਹ ਭੇਡ ਚਾਲ ਦੇ ਵਿੱਚ ਕਿ ਅਸੀਂ ਉੱਥੇ ਚਲੇ ਜਾਗੇ, ਉੱਥੇ PR ਹੋ ਜਾਣੀ ਹੈ ਸਾਡੀ। ਬਿਲਕੁਲ, ਬਟ ਪੁਆਇੰਟ ਸਿਸਟਮ ਨੂੰ ਤਾਂ ਤੁਸੀਂ ਇਵੈਲੂਏਟ ਕਰ ਲਓ। ਤੁਸੀਂ ਇਹੋ ਜਿਹੇ ਗਲਤ ਲੋਕਾਂ ਦੀ ਸਲਾਹ ਕਿਉਂ ਮੰਨ ਲੈਂਦੇ ਹੈਗੇ ਹੋ ਜਿਹੜੇ ਆਪ ਹੀ ਕੁਆਲੀਫਾਈਡ ਨਹੀਂ ਹੈਗੇ? ਤੁਸੀਂ ਉਹਨਾਂ ਦੀ ਸਲਾਹ ਮੰਨ ਕੇ ਤੁਰ ਪੈਂਦੇ ਹੈਗੇ ਹੋ। ਐਂਡ ਤੁਸੀਂ ਪ੍ਰੋਟੈਸਟ, ਇੱਕ ਨਵਾਂ ਚੀਜ਼ ਆ ਗਈ ਹੈ ਕਿ ਪ੍ਰੋਟੈਸਟ ਕਰਨਾ। ਇਮੀਗ੍ਰੇਸ਼ਨ ਮਿਨਿਸਟਰ ਐਸ ਪ੍ਰੋਟੈਸਟ ਨੂੰ ਤੁਸੀਂ ਸਮਝਦੇ ਹੋ ਕਿ ਠੀਕ ਲਏਗਾ?
ਦਿਸ ਇਜ਼ ਨਾਟ ਉਹ ਤੇ ਗਵਰਨਮੈਂਟ ਤੇ ਇਸ ਟਾਈਮ ਤੇ ਵੈਸੇ ਹੀ ਬੜੀ ਸੌਫਟ ਹਾਰਟ ਲੈ ਕੇ ਬੈਠੀ ਹੋਈ ਹੈ ਇੰਟਰਨੈਸ਼ਨਲ ਸਟੂਡੈਂਟਸ ਨੂੰ। ਤੁਸੀਂ ਦੇਖੋ ਕਿ 2 ਵਾਰੀ ਤਾਂ ਐਕਸਟੈਂਸ਼ਨ ਦੇਤੀ 18 ਮਹੀਨਿਆਂ ਦੀ। ਹੁਣ ਇਹ ਵੀ ਡਿਮਾਂਡ ਰੱਖੀ ਗਈ ਹੈ ਕਿ ਖਾਸ ਤੌਰ ਤੇ ਹੁਣ ਜਿਨ੍ਹਾਂ ਦਾ ਐਕਸਪੀਰੀਅੰਸ ਪੂਰਾ ਹੋ ਰਿਹਾ ਉਹ ਤੋਂ ਦੀ ਕੁਆਲੀਫਾਈ ਨਹੀਂ ਕਰ ਪਾ ਰਹੇ ਪੀਐਨਪੀ ਲਈ, ਉਹਨਾਂ ਦਾ ਵਰਕ ਪਰਮਿਟ ਐਕਸਟੈਂਸ਼ਨ ਜਿਹੜਾ ਵਰਕ ਪਰਮਿਟ ਐਕਸਪਾਇਰ ਹੋਣ ਲੱਗਿਆ ਉਹ ਵੀ ਅੱਗੇ ਐਕਸਟੈਂਡ ਕੀਤਾ ਜਾਵੇ। ਤਰਨ ਗਵਰਨਮੈਂਟ ਚਾਹੁੰਦੀ ਹੈਗੀ ਹੈ, ਗਵਰਨਮੈਂਟ ਰੀਅਲੀ ਵਾਂਟ ਟੂ ਹੈਲਪ ਥੀਸ ਪੀਪਲ ਰਾਈਟ, ਬਟ ਸਟੂਡੈਂਟਸ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਅਸੀਂ ਕ੍ਰਾਈਟੇਰੀਆ ਫੋਲੋ ਕਰੀਏ ਐਂਡ ਅਸੀਂ ਆਊਟ ਆਫ ਦਾ ਵੇ ਜਾ ਕੇ ਉਹ ਚੀਜ਼ਾਂ ਨਾਲ ਡਿਮਾਂਡ ਕਰੀਏ। ਐਂਡ ਅੱਜ ਦੀ ਤਰੀਕ ਦੇ ਵਿੱਚ ਗਵਰਨਮੈਂਟ ਜਿੰਨਾ ਤੁਸੀਂ ਦੇਖੋ ਕਿ ਅਨਡਾਕੂਮੈਂਟਡ ਵਰਕਰਸ ਨੂੰ ਪੱਕਾ ਕਰ ਰਹੀ ਹੈ ਤੇ ਸਟੂਡੈਂਟਸ ਨੂੰ ਕਿਉਂ ਛੱਡੇਗੀ, ਬਟ ਸਟੂਡੈਂਟਸ ਨੂੰ ਵੀ ਥੋੜਾ ਜਿਹਾ ਦੇਖਣਾ ਚਾਹੀਦਾ ਆਪਣੇ ਬੈਂਡਸ ਕਿੱਥੇ ਇੰਪਰੂਵ ਹੋ ਸਕਦੇ ਨੇ, ਆਪਣਾ ਸਕੋਰਸ ਕਿੱਥੇ ਇੰਪਰੂਵ ਹੋ ਸਕਦਾ ਹੈ। 1 ਸਾਲ 2 ਸਾਲ ਤੁਸੀਂ ਕੰਮ ਕੀਤਾ, ਤੁਸੀਂ ਕਿਸੇ ਨੂੰ ਪੁੱਛ ਕੇ ਨਹੀਂ ਗਏ ਸੀਗੇ ਉੱਥੇ, ਤੁਸੀਂ ਆਪਣੀ ਸਲਾਹ ਲੈ ਕੇ ਗਏ ਸੀਗੇ। ਐਂਡ ਖਾਸ ਕਰ ਜਿਹੜੇ ਮੈਨੀਟੋਬਾ ਚ ਆ ਕੇ ਪੜੇ ਨੇ ਤਰਨ, ਉਹ ਦੇ ਆਰ ਨਾਟ ਅਫੈਕਟਡ, ਉਹਨਾਂ ਤੇ ਕੋਈ ਇੰਪੈਕਟ ਨਹੀਂ ਹੈਗਾ ਤਰਨ ਜੀ। ਉਹਨਾਂ ਤੇ ਗਿਆ ਜਿਸ ਤਰ੍ਹਾਂ ਓਨਟਾਰੀਓ ਤੋਂ ਪੜ ਕੇ ਮੈਨੀਟੋਬਾ ਗਏ ਕਿ ਸਾਡੀ ਉੱਥੇ ਜਲਦੀ ਪੀਆਰ ਹੋ ਜਾਏਗੀ, ਇਸੇ ਤਰ੍ਹਾਂ BC ਤੋਂ ਪੜ ਕੇ ਤੁਸੀਂ ਮੈਨੀਟੋਬਾ ਆ ਗਏ, ਉਹਨਾਂ ਦੇ ਮਾਈਨਸ ਪੁਆਇੰਟਸ ਹੋ ਰਹੇ ਨੇ, ਉਹਨਾਂ ਦੇ ਸਕੋਰ 500 ਤੋਂ ਥੱਲੇ ਆ ਗਏ ਨੇ ਬਿਕੋਜ਼ 200 ਸਕੋਰ ਤੁਹਾਡਾ ਮਾਈਨਸ ਹੋ ਗਿਆ। ਜਿਨ੍ਹਾਂ ਨੇ ਕਿਤੇ ਹੋਰ ਪੜ੍ਹਾਈ ਕੀਤੀ ਹੋਈ ਹੈ, ਸਪੋਜ਼ ਓਨਟਾਰੀਓ ਤੋਂ ਪੜ ਕੇ ਕੋਈ ਮੈਨੀਟੋਬਾ ਜਾ ਕੇ ਜਾਂਦਾ ਤੇ ਉਹਦਾ ਸਕੋਰਿੰਗਸ ਦੇ ਵਿੱਚ ਮਾਈਨਸ 100 ਪੁਆਇੰਟਸ ਹੋ ਜਾਂਦੇ ਨੇ। ਜੇ ਉਹ ਓਨਟਾਰੀਓ ਦੇ ਵਿੱਚ ਕੰਮ ਕਰਕੇ ਉੱਥੇ ਗਏ ਨੇ ਤੇ ਮਾਈਨਸ 100 ਪੁਆਇੰਟਸ ਹੋਰ ਹੋ ਗਏ, ਸੋ 200 ਪੁਆਇੰਟਸ ਮਾਈਨਸ ਹੋ ਗਿਆ। ਉੱਥੇ ਸਕੋਰਿੰਗ ਕਿਸ ਤਰ੍ਹਾਂ ਦੀ ਹੈਗੀ ਤਰਨ ਕਿ ਜੇ 6 ਬੈਂਡਸ ਤੁਹਾਡੇ ਹੈਗੇ ਨੇ ਤੁਹਾਨੂੰ 20 ਪਰ ਮੋਡਿਊਲ ਮਿਲ ਜਾਂਦਾ, ਸੋ 80 ਤੁਹਾਡੇ ਪੁਆਇੰਟਸ ਉੱਥੇ ਹੋ ਗਏ। ਜੇ ਤੁਹਾਡੀ ਏਜ 21 to 45 ਦੇ ਵਿੱਚ ਹੈਗੀ ਹੈ ਤੇ ਤੁਹਾਨੂੰ 75 ਪੁਆਇੰਟਸ ਹੋਰ ਮਿਲ ਜਾਂਦੇ ਨੇ। ਉਸ ਤੋਂ ਬਾਅਦ ਤੁਹਾਡੀ ਐਜੂਕੇਸ਼ਨ ਕੀ ਹੈਗੀ ਹੈ ਉਹਦੇ ਤੇ ਪੁਆਇੰਟਸ ਮਿਲ ਜਾਂਦੇ ਨੇ, 100 ਪੁਆਇੰਟਸ ਮਿਲ ਜਾਂਦੇ ਨੇ ਜਿਨ੍ਹਾਂ ਨੇ 2 ਸਾਲ ਇੱਥੇ ਡਿਪਲੋਮਾ ਕੀਤਾ ਹੈਗਾ। ਉਸ ਤੋਂ ਬਾਅਦ ਪੁਆਇੰਟਸ ਤੁਹਾਨੂੰ ਹੈਗੇ ਨੇ ਤੁਸੀਂ ਉੱਥੇ ਜਿਹੜੀ ਮੂਵ ਕਰ ਰਹੇ ਹੋ ਉਹ ਕਿਹੜੇ ਏਰੀਆ ਦੇ ਵਿੱਚ ਮੂਵ ਕਰ ਰਹੇ ਹੋ ਉਹਦੇ ਵੀ ਪੁਆਇੰਟਸ ਹੈਗੇ ਨੇ। ਜੇ ਤੁਸੀਂ ਰੂਰਲ ਦੇ ਵਿੱਚ ਕੰਮ ਕਰ ਰਹੇ ਹੋ ਤਾਂ ਤੁਹਾਨੂੰ ਐਕਸਟਰਾ ਪੁਆਇੰਟਸ ਮਿਲਦੇ ਨੇ। ਜੇ ਤੁਸੀਂ ਆਕੂਪੇਸ਼ਨ ਇਨ ਡਿਮਾਂਡ ਦੇ ਵਿੱਚ ਕੰਮ ਕਰ ਰਹੇ ਹੋ ਉੱਥੇ ਜੌਬ ਆਫਰ ਮਿਲਦੀ ਹੈ, ਉਹਦੇ 500 ਪੁਆਇੰਟ ਤੁਹਾਨੂੰ ਮਿਲ ਜਾਂਦੇ ਨੇ। ਸੋ ਤੁਹਾਡੇ ਕੋਲ ਆਪਸ਼ਨਸ ਹੈਗੀਆਂ, ਬਟ ਜੇ ਅਸੀਂ ਕਵਾਂਗੇ ਕਿ ਅਸੀਂ ਸਬਵੇ ਤੇ ਜਾ ਕੇ ਕੰਮ ਕਰ ਲਈਏ, ਮੈਕਡੀ ਤੇ ਕੰਮ ਕਰ ਲਿਆ, ਟਿਮ ਹਾਰਟਨਸ ਤੇ ਕੰਮ ਕਰ ਲਿਆ, ਕੋਈ ਮੇਨ ਸਟ੍ਰੀਮ ਸਟੋਰਸ ਦੇ ਵਿੱਚ ਕੰਮ ਕਰ ਲਿਆ, ਬੇਸਿਕ ਜੌਬ ਕੀਤੀ ਤੇ ਤੁਸੀਂ PR ਵਾਸਤੇ ਤੇ ਤੁਹਾਡੀ ਐਲੀਜੀਬਿਲਟੀ ਉੱਥੇ ਨਹੀਂ ਬਣ ਰਹੀ। ਐਂਡ ਅੱਜ ਦੀ ਤਰੀਕ ਦੇ ਵਿੱਚ ਤਾਂ ਇੱਕ ਹੋਰ ਚੀਜ਼ ਪਹਿਲੇ ਹੁੰਦੀ ਸੀਗੀ ਕਿ ਉੱਥੇ ਦੇ ਤੁਹਾਡਾ ਕਲੋਜ਼ ਰਿਲੇਟਿਵ ਹੈਗਾ ਉਹਦੇ ਪੁਆਇੰਟਸ ਮਿਲਦੇ ਸੀ। ਜੇ ਤੁਹਾਡਾ ਕਲੋਜ਼ ਰਿਲੇਟਿਵ ਉੱਥੇ ਨਹੀਂ ਰਹਿੰਦਾ, ਕਿਸੇ ਹੋਰ ਪ੍ਰੋਵਿੰਸ ਦੇ ਵਿੱਚ ਹੈ, ਉਹਨੂੰ ਵੀ ਨੈਗੇਟਿਵਲੀ ਲਿੱਤਾ ਜਾਂਦਾ ਸੀਗਾ। ਸੋ ਉਹ ਅੱਜ ਦੀ ਤਰੀਕ ਦੇ ਵਿੱਚ ਉਹਦੇ ਪੁਆਇੰਟਸ ਮਾਰਕਿੰਗ ਦੇ ਵਿੱਚ ਨਹੀਂ ਹੈਗੇ। ਬਟ ਇੱਕੋ ਹੀ ਚੀਜ਼, ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟਸ ਹੈਗੇ ਤੁਸੀਂ ਸਾਰੇ ਬਹੁਤ ਮਿਹਨਤੀ ਹੈਗੇ ਹੋ, ਤੁਹਾਡੇ ਮਾਪਿਓ ਨੇ ਬੜੇ ਔਖੇ ਹੋ ਕੇ ਤੁਹਾਨੂੰ ਇੱਥੇ ਭੇਜਿਆ ਹੈਗਾ ਐਂਡ ਉਹ ਰੀਅਲੀ ਚਾਹੁੰਦੇ ਨੇ ਕਿ ਤੁਸੀਂ ਸਕਸੈਸ ਲਓ। ਤੁਸੀਂ ਵੀ ਮਿਹਨਤਾਂ ਕੀਤੀਆਂ ਬਟ ਪ੍ਰੋਟੈਸਟ ਕਰਕੇ ਤੁਸੀਂ ਨਹੀਂ ਲੈ ਸਕਦੇ। ਵਰਕ ਫॉर ਅ ਪ੍ਰੋਗਰਾਮ ਜਿਹੜਾ ਤੁਹਾਡੇ ਵਾਸਤੇ ਕੰਮ ਕਰੇ। ਜਿਹੜੇ EMPLOYERS ਨਾਲ ਤੁਸੀਂ ਕੰਮ ਕੀਤਾ ਹੋਇਆ ਮੈਨੀਟੋਬਾ ਦੇ ਵਿੱਚ, ਉਹਨਾਂ ਨੂੰ ਰਿਕੁਐਸਟ ਕਰੋ ਕਿ ਤੁਹਾਨੂੰ LMIA ਦੇਣ ਤੁਹਾਨੂੰ, ਤਾਂ ਕਿ ਜੇ ਤੁਹਾਡਾ ਐਕਸਪਾਇਰ ਵੀ ਹੋ ਰਿਹਾ ਤੇ ਤੁਹਾਡੇ ਕੋਲ ਸਟੇਟਸ ਹੋਵੇ ਉੱਥੇ ਕੰਮ ਕਰਨ ਦਾ। ਵਰਕ ਵਿਦ ਦੋਜ਼ EMPLOYERS ਐਂਡ ਦੇ ਵਿਲ ਹੈਲਪ ਯੂ ਵਿਦ ਪਰਮਨੈਂਟ ਰੈਜ਼ੀਡੈਂਸੀਜ਼। ਹੁਣ ਇਹਨਾਂ ਕੋਲ ਕੀ ਆਪਸ਼ਨ ਬਚਦਾ ਆ? ਪ੍ਰੋਟੈਸਟ ਦਾ ਤਾਂ ਇਹ ਹੈ ਕਿ ਪ੍ਰੋਟੈਸਟ ਕਰਕੇ ਜੇ ਚੇਂਜ ਹੋ ਸਕਦਾ ਹੁੰਦਾ ਤਾਂ ਹੁਣ ਉਹ ਸਾਰੇ ਪ੍ਰੋਟੈਸਟ ਕਰਦੇ, ਬਟ ਦਾ ਥਿੰਗ ਇਸ ਕਿ ਪ੍ਰੋਟੈਸਟ ਤੋਂ ਇਲਾਵਾ ਹੁਣ ਕੀ ਇਹਨਾਂ ਕੋਲ ਚਾਂਸਸ ਬਚਦੇ ਆ? ਕਈਆਂ ਕੋਲ ਤਾਂ ਅਜੇ ਹੈ ਕਿ ਵਰਕ ਪਰਮਿਟ ਵੀ ਐਕਸਪਾਇਰ ਹੋਣ ਵਾਲਾ ਹੈ। ਜੀ ਬਿਲਕੁਲ, ਉਹ ਦੇ ਹੈਵ ਟੂ ਲੁੱਕ ਫॉर ਅ ਨਿਊ LMIA ਤਰਨ ਜੀ। ਐਂਡ LMIA ਲੈ ਕੇ ਉਸ ਪ੍ਰੋਵਿੰਸ, ਮੈਂ ਹਮੇਸ਼ਾ ਕਹਿੰਦਾ ਕਦੀ ਵੀ ਤੁਸੀਂ ਸ਼ਾਰਟ ਟਰਮ ਗੋਲ ਦੇ ਉੱਤੇ ਨਾ ਜਾਓ, ਹਮੇਸ਼ਾ ਲੌਂਗ ਟਰਮ ਗੋਲ ਤੁਹਾਡੇ ਮਾਈਂਡ ਦੇ ਵਿੱਚ ਕ੍ਰਿਸਟਲ ਕਲੀਅਰ ਹੋਣਾ ਚਾਹੀਦਾ। ਮੇਰੀ ਆਪਸ਼ਨਸ ਕੀ ਹੈਗੀਆਂ, ਮੈਂ ਉਸ ਗੋਲ ਤੇ ਕਿਸ ਤਰ੍ਹਾਂ ਪਹੁੰਚਣਾ ਹੈਗਾ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ। ਮੈਂ ਹਮੇਸ਼ਾ ਕਹਿੰਦਾ ਗੋ ਇਨ ਦੋਜ਼ ਪ੍ਰੋਵਿੰਸਸ ਜਿੱਥੇ ਤੁਸੀਂ ਪੁਆਇੰਟਸ ਦੇ ਉੱਤੇ PNP ਦੇ ਉੱਤੇ ਡਿਪੈਂਡੈਂਟ ਨਹੀਂ ਹੈਗੇ। ਜੇ ਤੁਸੀਂ PNP ਦੇ ਉੱਤੇ ਪੁਆਇੰਟਸ ਦੇ ਸਿਸਟਮ ਦੇ ਵਿੱਚ ਆ ਗਏ, ਇਸੇ ਕਰਕੇ ਮੈਂ ਓਨਟਾਰੀਓ ਤੋਂ ਕਿਉਂ ਗਏ ਕਿਉਂਕਿ ਓਨਟਾਰੀਓ ਦੇ ਵਿੱਚ ਪੁਆਇੰਟ ਸਿਸਟਮ ਸੀਗਾ। ਸੋ BC ਦੇ ਉੱਥੇ BC ਦੇ ਵਿੱਚ ਵੀ ਸੇਮ ਚੀਜ਼ ਹੈ, ਮੈਨੀਟੋਬਾ ਦੇ, ਫਿਰ ਮੈਨੀਟੋਬਾ ਕਿਉਂ ਗਏ? ਦੈਨ ਦੇ ਸ਼ੁਡ ਹੈਵ ਮੂਵ ਟੂ ਸਮ ਅਦਰ ਪ੍ਰੋਵਿੰਸ। ਉਹ ਪ੍ਰੋਵਿੰਸ ਅੱਜ ਕੈਨੇਡਾ ਦੇ ਵਿੱਚ ਅੱਜ ਵੀ ਬਹੁਤ ਸਾਰੇ ਪ੍ਰੋਵਿੰਸਸ ਹੈਗੇ ਨੇ ਜਿੱਥੇ PNP ਪੁਆਇੰਟ ਸਿਸਟਮ ਦੇ ਉੱਤੇ ਆਧਾਰਿਤ ਨਹੀਂ ਹੈਗਾ। ਸੋ ਉੱਥੇ ਜਾ ਕੇ ਕੰਮ ਕਰੋ। ਤੇ ਹੁਣ ਜਿਹੜੇ ਦਰਸ਼ਕ ਜਿਹੜਾ ਸਾਡਾ ਪ੍ਰੋਗਰਾਮ ਦੇਖ ਰਹੇ ਨੇ, ਥੋੜਾ ਜਿਹਾ ਉਹਨਾਂ ਨੂੰ ਆਪਾਂ ਵਿਜ਼ਟਰ ਵੀਜ਼ਾ ਦੀ ਜਾਣਕਾਰੀ ਜ਼ਰੂਰ ਦੇ ਦਈਏ। ਵਿਜ਼ਟਰ ਵੀਜ਼ਾ ਨੂੰ ਲੈ ਕੇ ਗਲੋਬ ਐਂਡ ਮੇਲ ਦੀ ਇੱਕ ਰਿਪੋਰਟ ਆਈ ਹੈ ਜਿਹਦੇ ਬਾਰੇ ਆਪਾਂ ਡਿਸਕਸ ਵੀ ਕਰ ਰਹੇ ਸੀਗੇ। ਇਹਦੇ ਵਿੱਚ ਦੱਸਿਆ ਗਿਆ ਹੈ ਕਿ ਕੁਝ ਚੇਂਜਸ ਆਉਣ ਵਾਲੇ ਟਾਈਮ ਦੇ ਵਿੱਚ ਫੈਬਰੂਅਰੀ ਦੇ ਵਿੱਚ ਇਨਫੈਕਟ ਕਮਿੰਗ ਡੇਜ਼ ਦੇ ਵਿੱਚ ਕੋਈ ਅਨਾਉਂਸਮੈਂਟ ਹੋ ਸਕਦੀ ਆ, ਜਿਹਦੇ ਵਿੱਚ ਜਿਹੜਾ ਬੈਕਲੌਗ ਵਿਜ਼ਟਰ ਵੀਜ਼ਾ ਦੀ ਐਪਲੀਕੇਸ਼ਨਸ ਜਿਹੜੀਆਂ ਹੈਗੀਆਂ ਨੇ ਉਹਨੂੰ ਠੀਕ ਕਰਨ ਦੇ ਲਈ ਕੁਝ ਇਮੀਗ੍ਰੇਸ਼ਨ ਵਿਭਾਗ ਕਦਮ ਚੁੱਕ ਸਕਦਾ ਆ। ਸੋ ਇਹਦੇ ਬਾਰੇ ਆਪਾਂ ਥੋੜੀ ਜਿਹੀ ਡਿਸਕਸ਼ਨ ਜ਼ਰੂਰ ਕਰ ਲਈਏ, ਕਿੰਨੀ ਕੁ ਪੋਸੀਬਿਲਿਟੀ ਹੈਗੀ ਹੈ ਇਸ ਦੇ ਬਾਰੇ ਵਿੱਚ। ਤੇ ਇਹ ਵੀ ਦੱਸਿਆ ਜਾ ਰਿਹਾ ਕਿ ਹਜੇ ਅਨਾਉਂਸਮੈਂਟ ਜੇ ਨਾ ਵੀ ਹੋਵੇ ਤਾਂ ਮੇ ਵੀ ਚਾਂਸਸ ਆਰ ਕਿ ਇਸ ਦੇ ਤਹਿਤ ਕੰਮ ਕੀਤਾ ਜਾ ਸਕਦਾ। ਬਿਲਕੁਲ 100% ਰਾਈਟ ਤਰਨ ਜੀ, ਇਹਦੇ ਤੇ ਕੰਮ ਹੋ ਰਿਹਾ ਇਸ ਟਾਈਮ ਤੇ। ਐਂਡ ਤੁਹਾਨੂੰ ਯਾਦ ਹੋਏਗਾ ਸਾਡਾ ਬੈਕਲੌਗ ਘਟ ਕੇ 2.1 ਮਿਲੀਅਨ ਤੇ ਆ ਗਿਆ, ਰਾਈਟ? ਜਿਹੜਾ ਬੈਕਲੌਗ
ਉਹਨਾਂ ਐਪਲੀਕੇਸ਼ਨ ਦਾ ਜਿਹੜੇ ਆਪਣੇ ਟਾਈਮ ਪੀਰੀਅਡ ਤੋਂ ਉੱਪਰ ਜਾ ਚੁੱਕੀਆਂ ਹੈਗੀਆਂ। ਸੋ ਉਹਦੇ ਵਿੱਚ ਤਕਰੀਬਨ 7 ਲੱਖ ਐਪਲੀਕੇਸ਼ਨਸ ਇਹੋ ਜਿਹੀਆਂ ਹੈਗੀਆਂ। ਪਹਿਲੇ 2 ਲੱਖ ਐਪਲੀਕੇਸ਼ਨ 2 ਮਿਲੀਅਨ ਐਪਲੀਕੇਸ਼ਨ ਸੀਗੀਆਂ ਵਿਜ਼ਟਰ ਵੀਜ਼ਾ ਦੀਆਂ। ਅੱਜ ਦੀ ਤਰੀਕ ਦੇ ਵਿੱਚ 7 ਲੱਖ ਵਿਜ਼ਿਟ ਵੀਜ਼ਾ ਦੀਆਂ ਐਪਲੀਕੇਸ਼ਨਸ ਹੈਗੀਆਂ ਜਿਹੜੀਆਂ ਆਪਣੇ ਟਾਈਮ ਤੋਂ ਬਿਯੋਂਡ ਜਾ ਚੁੱਕੀਆਂ ਹੈਗੀਆਂ। ਸੋ ਗਵਰਨਮੈਂਟ ਚਾਹੁੰਦੀ ਹੈਗੀ ਹੈ ਕਿ ਉਹ ਐਪਲੀਕੇਸ਼ਨਸ ਨੂੰ ਅਸੀਂ ਜਲਦੀ ਤੋਂ ਜਲਦੀ ਰਿਜ਼ੋਲਵ ਕਰੀਏ। ਸੋ ਉਹਦੇ ਵਾਸਤੇ ਕੁਝ ਮੈਜਰਸ ਲਿੱਤੇ ਜਾਣੇ ਨੇ, ਬਿਕੋਜ਼ ਗਲੋਬ ਐਂਡ ਮੇਲ ਦਾ ਤੁਸੀਂ ਆਰਟੀਕਲ ਜਿਹੜਾ ਤੁਸੀਂ ਜਿਹਨੂੰ ਰੈਫਰ ਕਰ ਰਹੇ ਹੋ ਉਹਦੇ ਵਿੱਚ ਕੋਈ ਡਾਕੂਮੈਂਟ ਇਹੋ ਜਿਹਾ ਉਹਨਾਂ ਦੇ ਹੱਥ ਆਇਆ ਹੈਗਾ ਜਿਹਦੇ ਐਜ਼ ਪਰ ਦੈਟ ਗਵਰਨਮੈਂਟ ਇਜ਼ ਸੀਰੀਅਸਲੀ ਕੰਸੀਡਰਿੰਗ ਟੂ ਫਿਨਿਸ਼ ਦਾ ਬੈਕਲੌਗ। ਸੋ ਉਹਦੇ ਵਾਸਤੇ ਉਹ ਕੁਝ ਰੂਲਸ ਨੂੰ ਬੈਕ ਛੱਡ ਵੀ ਸਕਦੇ ਨੇ। ਜਿਸ ਤਰ੍ਹਾਂ ਟਾਈਜ਼ ਟੂ ਦਾ ਹੋਮ ਕੰਟਰੀ ਨੂੰ ਅਸੀਂ ਬੜਾ ਇੰਪੋਰਟੈਂਟ ਲੈ ਕੇ ਚੱਲਦੇ ਹਾਂ। ਸੋ ਇਟ ਮਾਈਟ ਬੀ ਕਿ ਉਹ ਟਾਈਜ਼ ਟੂ ਹੋਮ ਕੰਟਰੀ ਨੂੰ ਉਨੀ ਤਰਜੀਹ ਨਾ ਦੇਣ, ਉਹਨਾਂ ਦੇ ਫਾਈਨੈਂਸ਼ੀਅਲ ਰਿਸੋਰਸਿਸ ਨੂੰ ਉਸ ਤਰ੍ਹਾਂ ਤਰਜੀਹ ਨਾ ਦੇਣ, ਬਟ ਇਨਐਡਮਿਸਿਬਿਲਿਟੀ ਨੂੰ ਉਹ ਪੂਰੀ ਤਰਜੀਹ ਦੇਣਗੇ। ਜੇ ਕੋਈ ਕ੍ਰਿਮੀਨੈਲਿਟੀ ਹੈਗੀ ਉਹਨੂੰ ਪੂਰੀ ਤਰਜੀਹ ਦਿੱਤੀ ਜਾਏਗੀ, ਉਹਨੂੰ ਕੋਈ ਫੋਰਗੋ ਨਹੀਂ ਕੀਤਾ ਜਾਏਗਾ। ਬਟ ਹਾਂ ਕੁਛ ਇੱਕ ਲੀਨੀਐਂਸੀ ਜ਼ਰੂਰ ਵਰਤੀ ਜਾ ਸਕਦੀ ਹੈ। ਐਕਸਪੈਕਟਡ ਹੈਗਾ ਕਿ ਕਾਫੀ ਵੱਡੀ ਤਾਦਾਦ ਦੇ ਵਿੱਚ ਵਿਜ਼ਿਟ ਵੀਜ਼ਾਸ ਗ੍ਰਾਂਟ ਹੋਣਗੇ। ਮਤਲਬ ਕਿ ਇਹ ਉਮੀਦ ਕਰ ਸਕਦੇ ਹਾਂ ਕਿ ਹੁਣ ਬੈਕਲੌਗ ਨੂੰ ਖਤਮ ਵੀ ਛੇਤੀ ਕੀਤਾ ਜਾ ਸਕਦਾ ਤੇ ਬੜੀ ਛੇਤੀ ਹੁਣ ਇਹਨਾਂ ਦੇ ਰਿਜ਼ਲਟ ਵੀ ਦੇਖਣ ਨੂੰ ਮਿਲ ਸਕਦੇ ਆ। ਗੱਲ ਕਰਾਂਗੇ, ਸਾਡੇ ਨਾਲ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਮਾਫੀ ਚਾਹਾਂਗੇ ਸ਼ਾਇਦ ਫੋਨ ਡਿਸਕਨੈਕਟ ਹੋ ਗਿਆ ਜੀ। ਤੁਸੀਂ ਦੁਬਾਰਾ ਸਾਨੂੰ ਕਾਲ ਕਰ ਸਕਦੇ ਹੋ। ਆਪਣੇ ਦਰਸ਼ਕਾਂ ਨੂੰ ਦੱਸ ਦਈਏ ਜੀ, ਲਾਈਵ ਪ੍ਰੋਗਰਾਮ ਹੈ, ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਕੋਈ ਵੀ ਸਵਾਲ ਹੈ ਲਾਈਵ ਪ੍ਰੋਗਰਾਮ ਵਿੱਚ ਤੁਸੀਂ ਕਾਲ ਕਰ ਸਕਦੇ ਹੋ। ਸਰ, ਜਿਹੜੇ ਚੇਂਜਸ ਆਉਣ ਦੀ ਸੰਭਾਵਨਾ ਹੈਗੀ ਆ, ਸੋ ਇਹਦਾ ਮਤਲਬ ਇਹ ਹੈ ਕਿ ਥੋੜਾ ਪੋਜ਼ਿਟਿਵ ਰਿਜ਼ਲਟ ਵੀ ਦੇਖਣ ਨੂੰ ਮਿਲੇਗਾ। ਇਹ ਤਾਂ ਨਹੀਂ ਕਿ ਮੁੜ ਕੇ ਬਾਅਦ ਚ ਕਹਿਣਗੇ ਨਹੀਂ ਜੀ ਸਾਰਿਆਂ ਦੇ ਇਸ ਵਕਤ ਰਿਫਿਊਜ਼ਲਸ ਜ਼ਿਆਦਾ ਆਉਣੇ ਸ਼ੁਰੂ ਹੋ ਗਏ ਨੇ। ਤਰ੍ਹਾਂ ਬਿਕੋਜ਼ ਜਦੋਂ ਗਵਰਨਮੈਂਟ ਰੂਲਸ ਰਿਲੈਕਸ ਕਰਦੀ ਹੈ, ਹੁਣ ਜਿਸ ਤਰ੍ਹਾਂ ਫਾਈਨੈਂਸ਼ੀਅਲ ਰਿਸੋਰਸਿਸ ਨੂੰ ਰਿਲੈਕਸ ਕਰੇਗੀ ਜਾਂ ਟਾਈਜ਼ ਟੂ ਦਾ ਹੋਮ ਕੰਟਰੀ ਨੂੰ ਰਿਲੈਕਸ ਕਰੇਗੀ ਤੇ ਉਹ ਵਿਜ਼ਿਟ ਵੀਜ਼ਾ ਦੇ ਲੱਗਣ ਦੇ ਚਾਂਸਸ ਜ਼ਿਆਦਾ ਹੋ ਗਏ ਤੁਹਾਡੇ। ਸੋ ਵੀ ਵਿਲ ਸੀ ਲੋਟ ਮੈਨੀ ਮੋਰ ਪੋਜ਼ਿਟਿਵ ਰਿਜ਼ਲਟ। ਸੋ ਵਿਜ਼ਟਰਸ ਵਾਸਤੇ ਤਿਆਰ ਹੋ ਜਾਓ ਜੀ। ਐਂਡ ਇੱਥੇ ਜਿਹੜੀ ਪਬਲਿਕ ਪਾਲਿਸੀ ਚੱਲ ਰਹੀ ਹੈ ਉਹਦਾ ਵੀ ਫਾਇਦਾ ਲਓ ਆ ਕੇ, ਕਿਉਂਕਿ 28 ਫਰਵਰੀ ਤੱਕ ਇਹ ਪਬਲਿਕ ਪਾਲਿਸੀ ਹੈਗੀ ਹੈ। ਇਹਦੇ ਬਾਰੇ ਵੀ ਗੱਲ ਕਰ ਲਈਏ ਕਿ ਕੌਣ-ਕੌਣ ਐਲੀਜੀਬਲ ਹੋ ਸਕਦਾ ਹੈ ਤੇ ਕੁਝ ਜੌਬਸ ਕਈ ਵਾਰੀ ਤੁਹਾਡੇ ਕੋਲ ਵੀ ਹੁੰਦੀਆਂ ਨੇ, ਕੁਝ ਓਪਰਚੁਨਿਟੀਜ਼ ਹੁੰਦੀਆਂ ਨੇ। ਸੋ ਕੌਣ ਐਲੀਜੀਬਲ ਹੋ ਸਕਦਾ ਹੈ ਤੇ ਜਿਹੜੇ ਇਸ ਵਕਤ ਪਹੁੰਚੇ ਨੇ ਵਿਜ਼ਟਰ ਵੀਜ਼ਾ ਦੇ ਉੱਤੇ, ਕੀ ਉਹ ਇਸ ਦੇ ਅੰਡਰ ਆ ਸਕਦੇ ਨੇ? 100% ਤਰਨ ਜੀ 28 ਫਰਵਰੀ ਤੱਕ ਪਬਲਿਕ ਪਾਲਿਸੀ ਐਗਜ਼ਿਸਟ ਕਰ ਰਹੀ ਹੈ ਜੇ ਐਕਸਟੈਂਡ ਨਹੀਂ ਹੋ ਜਾਂਦੀ ਤਾਂ। ਐਂਡ ਅੱਜ ਦੀ ਤਰੀਕ ਦੇ ਵਿੱਚ ਜਿੰਨੇ ਵੀ ਸਾਨੂੰ ਦੋਸਤ ਸੁਣ ਰਹੇ ਨੇ ਜਿਹੜੇ ਵਿਜ਼ਿਟ ਵੀਜ਼ਾ ਤੇ ਕੈਨੇਡਾ ਦੇ ਵਿੱਚ ਆਏ ਹੋਏ ਨੇ ਜਾਂ ਵਿਜ਼ਿਟ ਵੀਜ਼ਾ ਲੱਗਾ ਹੋਇਆ, ਦਿਸ ਪ੍ਰੋਬੇਬਲੀ ਇਜ਼ ਦਾ ਬੈਸਟ ਟਾਈਮ ਕਿ ਤੁਸੀਂ ਇਸ ਪਾਲਿਸੀ ਦਾ ਫਾਇਦਾ ਲਓ, ਵਰਕ ਪਰਮਿਟ ਤੋਂ PR ਲਓ। ਐਂਡ ਜਦੋਂ ਵੀ ਤਰਨ ਮੈਂ ਇਹਦੇ ਵਿੱਚ ਬਾਰ-ਬਾਰ ਕਹਿਣਾ ਕਿ ਜਦੋਂ ਵੀ ਤੁਸੀਂ ਵਰਕ ਪਰਮਿਟ ਲੈਂਦੇ ਹੋ ਉਹ ਸੋਚੋ ਕਿ ਮੇਰੀ PR ਇਸ ਪ੍ਰੋਵਿੰਸ ਦੇ ਵਿੱਚ ਹੋ ਰਹੀ ਹੈ। ਹਰ ਆਦਮੀ ਨੂੰ ਪਤਾ ਹੈ, ਹਰ ਐਪਲੀਕੈਂਟ ਨੂੰ ਪਤਾ ਹੈ ਕਿ ਮੇਰੀ ਕੈਪੇਬਿਲਿਟੀ ਆਈਲੈਟਸ ਦੀ ਕਿੰਨੀ ਹੈਗੀ ਹੈ। ਐਜੂਕੇਸ਼ਨ ਤੇ ਸਾਰੀ ਸਾਹਮਣੇ ਪਈ ਹੈਗੀ ਹੈ। ਸੋ ਗ੍ਰੇਡ 12 ਹੈਗੀ ਹੈ, ਡਿਪਲੋਮਾ ਹੈਗਾ ਆ, 10ਵੀਂ ਤੋਂ ਬਾਅਦ 3 ਸਾਲ ਦਾ ਡਿਪਲੋਮਾ, ਤੇ ਤੁਹਾਡੀ ਓਨਟਾਰੀਓ ਦੇ ਵਿੱਚ PR ਕਿਸ ਤਰ੍ਹਾਂ ਹੋਣੀ ਹੈ? ਸਿਰਫ ਟ੍ਰੇਡਸ ਦੇ ਵਿੱਚ ਹੋਣੀ ਹੈ, ਆਕੂਪੇਸ਼ਨ ਸਪੈਸਿਫਿਕ ਡਰਾਜ਼ ਦੇ ਵਿੱਚ ਹੋਣੀ ਹੈ। ਬਟ ਅਦਰਵਾਈਜ਼ ਜੇ ਤੁਹਾਨੂੰ ਜੌਬ ਆਫਰ ਮਿਲ ਰਹੀ ਹੈ ਰੂਮ ਕਲੀਨਰ ਦੀ ਜਾਂ ਕਿਚਨ ਹੈਲਪਰ ਦੀ, ਉੱਥੇ ਤਾਂ ਤੁਹਾਡੀ PR ਹੋ ਹੀ ਨਹੀਂ ਰਹੀ। ਸੋ ਤੁਸੀਂ ਆਹ ਦੇਖਣਾ ਆ ਕਿ ਮੇਰੀ PR ਕਿੱਥੇ ਹੋ ਰਹੀ ਹੈ। ਐਂਡ ਜਿਹੜੇ PNP ਜਿਹੜੇ ਫਾਰਮ ਲੇਬਰ ਦੇ ਵਿੱਚ ਵੀ ਜਾ ਰਹੇ ਹੋ ਜਾਂ ਕੰਸਟਰਕਸ਼ਨ ਲੇਬਰ ਵਿੱਚ ਵੀ ਜਾ ਰਹੇ ਹੋ, ਉਹ ਵੀ EMPLOYER ਕੁਆਲੀਫਾਈਡ ਹੋਏਗਾ ਤਾਂ ਤੁਹਾਡੀ ਐਪਲੀਕੇਸ਼ਨ, ਬਿਕੋਜ਼ ਟ੍ਰੇਡਸ ਦੇ ਵਿੱਚ ਐਪਲੀਕੇਸ਼ਨ ਪਿਕ ਹੋਣੀ ਹੈ ਤੇ ਇਨ ਡਿਮਾਂਡ ਆਕੂਪੇਸ਼ਨ ਤੁਸੀਂ ਉਸ ਪ੍ਰੋਵਿੰਸ ਦੀ ਹਿਸਟਰੀ ਵੀ ਦੇਖਣੀ ਹੈਗੀ ਕਿ ਕਿੰਨੇ ਡਰਾਜ਼ ਇੱਕ ਸਾਲ ਦੇ ਵਿੱਚ ਹੋਏ ਨੇ ਐਂਡ ਉਹਦੇ ਵਿੱਚ ਕਿਹੜੇ ਸਕੋਰ ਦੇ ਉੱਤੇ ਐਪਲੀਕੇਸ਼ਨ ਪਿਕ ਹੋਈਆਂ। ਸਕੋਰ ਚਾਹੀਦਾ ਹੈ, ਸਕੋਰ ਦੇ ਵਿੱਚ ਕੰਪੀਟ ਦੇ ਵਿੱਚ ਕਿਉਂ ਜਾਣਾ ਚਾਹੁੰਦੇ ਹੋ ਤੁਸੀਂ? ਗੱਲ ਕਰਾਂਗੇ ਇਹਦੇ ਬਾਰੇ। ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ, ਅਸੀਂ ਐਵਰਸੋਰਟ ਤੋਂ ਬੋਲਦੇ ਹਾਂ। ਹਾਂਜੀ, ਮੈਂ ਪੁੱਛਣਾ ਸੀ ਵੀ ਮੇਰੇ ਬੇਟੇ ਦੀ ਨਾ 7ਵਾਂ ਮਹੀਨਾ ਹੋ ਗਿਆ ਫੈਲ ਆਈ ਨੂੰ ਤੇ ਰਜਿਸਟਰ ਆਉਣਾ ਸੀਗਾ ਤੇ ਉਹਨੂੰ ਹਜੇ ਕੋਈ ਦਿੱਤਾ ਨਹੀਂ ਉਹਨਾਂ ਨੇ ਕੁਝ ਵੀ ਜਵਾਬ। 7 ਮਹੀਨੇ ਹੋ ਗਏ ਤਾਂ ਤੁਸੀਂ ਕਹਿ ਰਹੇ ਹੋ ਵੀ ਵਿਜ਼ਟਰ ਵੀਜ਼ਾ ਦੀ ਫਾਈਲ ਲਾਈ ਹੋਈ ਹੈ ਪਰ ਅਜੇ ਤੱਕ ਕੋਈ ਜਵਾਬ ਨਹੀਂ ਆਇਆ? ਹਾਂਜੀ, ਮੈਂ ਇਕੱਲਾ ਹੀ ਉਹ ਉੱਥੇ ਆ ਤੇ ਅਸੀਂ ਸਾਰੇ ਬੇਟੀਆਂ ਵੀ ਤੇ ਅਸੀਂ ਸਾਰੀ ਫੈਮਿਲੀ ਇੱਥੇ ਆ। ਬਾਕੀ ਤੁਸੀਂ ਕੁਝ ਪੁੱਛਣਾ? ਅਸੀਂ ਹੁਣੇ ਬਾਰੇ ਗੱਲ ਕਰਕੇ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ। ਜੀ, ਵਿਜ਼ਟਰ ਵੀਜ਼ਾ ਦੀ ਹੈ ਸਰ, ਜਿਵੇਂ ਬੈਕਲੌਗ ਦੀ ਆਪਾਂ ਪਹਿਲਾਂ ਹੀ ਗੱਲ ਕਰਕੇ ਹਟੇ ਸੀ ਕਿ ਬੈਕਲੌਗ ਬਹੁਤ ਹੋਇਆ ਪਰ 7 ਮਹੀਨੇ ਦਾ ਬੈਕਲੌਗ ਇੰਨੇ ਵੀ ਚੱਲ ਰਹੇ ਨੇ ਤਰਨ, ਹਲੇ ਉਸ ਤੋਂ ਵੀ ਜ਼ਿਆਦਾ ਵੀ ਹੈਗੇ ਨੇ। ਸੋ ਆਹੀ ਫਾਈਲਸ ਹੈਗੀਆਂ ਜਿਹੜੀਆਂ ਫੈਬਰੀ ਦੇ ਵਿੱਚ ਆਸਾਨੀ ਨਾਲ ਨਿਕਲਣ ਵਾਲੀਆਂ ਨੇ। ਮਤਲਬ ਪੋਜ਼ਿਟਿਵ ਸ਼ਾਇਦ ਤੁਹਾਨੂੰ ਨੰਬਰ ਖਬਰ ਸੁਣਨ ਨੂੰ ਮਿਲ ਸਕਦੀ ਹੈ। ਅਨਾਉਂਸਮੈਂਟ ਨੇੜੇ ਤੇੜੇ ਹੈਗੀ ਹੋਈ ਆ, ਆਉਣੀ ਵਾਲੀ ਆ। ਜੀ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਮੈਂ ਬੇਟਾ ਇੱਥੋਂ ਟੋਰਾਂਟੋ ਤੋਂ ਬੋਲਦੀ ਹਾਂ। ਮੈਂ ਇੰਡੀਆ ਜਾਣਾ ਚਾਹੁੰਦੀ ਹਾਂ। ਕਹਿੰਦੇ ਤੇ ਇੰਡੀਆ ਚੱਲਣਾ ਆ ਅੰਮ੍ਰਿਤਸਰ ਦੇ, ਉਹ ਕਰ ਸਕਣ, ਉਹਨੂੰ ਪਤਾ ਬੇਟਾ? 에ਅਰ ਇੰਡੀਆ ਦੀ ਆਪਾਂ ਕੋਈ ਜਾਣਕਾਰੀ? ਸੌਰੀ ਜੀ, ਅਸੀਂ ਅੱਜ ਕੈਨੇਡਾ ਦੀ ਇਮੀਗ੍ਰੇਸ਼ਨ ਬਾਰੇ ਗੱਲ ਕਰ ਰਹੇ ਹਾਂ। ਤੁਸੀਂ ਕਿਸੇ ਟਿਕਟਸ ਵਾਲੇ ਨੂੰ ਜ਼ਰੂਰ ਪੁੱਛੋ, ਤੁਹਾਨੂੰ ਜ਼ਿਆਦਾ ਬੈਟਰ ਵੇ ਨਾਲ ਜਾਣਕਾਰੀ ਦੇ ਸਕਦੇ ਨੇ।
ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਕਾਲ ਕਰਨ ਦੇ ਲਈ। ਤੇ ਸਰ ਆਪਾਂ ਗੱਲ ਕਰ ਰਹੇ ਸੀਗੇ ਇਸ ਵਕਤ, ਜਿਵੇਂ ਤੁਸੀਂ ਥੋੜੀ ਜਿਹੀ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੇ ਇੱਥੇ ਵਿਜ਼ਟਰਸ ਪਹੁੰਚੇ ਹੋਏ ਨੇ ਤੇ ਉਹ ਵਰਕ ਪਰਮਿਟ ਦੇ ਵਿੱਚ ਆਪਣੀਆਂ ਫਾਈਲਸ ਜਿਹੜੀਆਂ ਚੇਂਜ ਕਰਵਾ ਸਕਦੇ ਨੇ ਸਟੇਟਸ ਨੂੰ। ਅਜਿਹੇ ਦੇ ਵਿੱਚ ਜਿਹੜੇ ਆਲਰੇਡੀ ਵਰਕ ਪਰਮਿਟ ਦੇ ਉੱਤੇ ਵਿਦ ਜਾਂ ਵਿਦਆਊਟ ਐਲਐਮਆਈ ਆਉਣਾ ਚਾਹੁੰਦੇ ਨੇ, ਕਿ ਉਹਨਾਂ ਦੀਆਂ ਫਾਈਲਸ ਪ੍ਰੋਸੈਸ ਹੋ ਰਹੀਆਂ ਨੇ? ਬਿਲਕੁਲ ਹੋ ਰਹੀਆਂ ਤਰਨ। ਸਭ ਤੋਂ ਪਹਿਲਾਂ ਆਪਾਂ ਇਹਦੇ ਤੇ ਇੱਕ ਸਟੈਪ ਪਿੱਛੇ ਜਾਂਦੇ ਹਾਂ ਤਰਨ। ਸਭ ਤੋਂ ਪਹਿਲਾਂ ਤਾਂ ਉਹਨਾਂ ਐਪਲੀਕੈਂਟਸ ਦੀ ਗੱਲ ਕਰਦੇ ਹਾਂ ਜਿਨ੍ਹਾਂ ਕੋਲ ਵਿਜ਼ਿਟ ਵੀਜ਼ਾ ਲੱਗਾ ਹੋਇਆ ਤੇ ਜਿਹੜੇ ਕੈਨੇਡਾ ਦੇ ਵਿੱਚ ਹੈਗੇ ਨੇ। ਉਹਨਾਂ ਨੂੰ ਤੇ ਚਾਹੀਦਾ ਹੈ ਕਿ ਰਾਈਟ ਅਵੇ ਕੋਈ ਐਲਐਮਆਈ ਦੇਖਣ ਐਂਡ ਆਪਣੀ ਪੀਆਰ, ਆਪਣੇ ਵਰਕ ਪਰਮਿਟ ਲੈ ਕੇ ਪੀਆਰ ਦੀ ਆਪਸ਼ਨਸ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦੇਣ। ਐਂਡ ਓਨਟਾਰੀਓ ਨੂੰ ਛੱਡ ਦਿਓ, BC ਨੂੰ ਛੱਡ ਦਿਓ। ਐਂਡ ਜੇ ਓਨਟਾਰੀਓ BC 'ਚ ਵੀ ਰਹਿਣਾ ਹੈਗਾ, ਦੇਖੋ ਤੁਹਾਡੀ ਪਰਮਾਨੈਂਟ ਰੈਜ਼ੀਡੈਂਸੀ ਹੋ ਰਹੀ ਹੈ ਜਾਂ ਨਹੀਂ ਹੋ ਰਹੀ। ਐਂਡ ਇਹਦੇ ਨਾਲ ਤਰਨ ਬਹੁਤ ਸਾਰੀ ਫੈਮਲੀਜ਼ ਪਹਿਲੇ ਹੀ ਅੱਜ ਐਗਜ਼ਿਸਟ ਕਰ ਰਹੀਆਂ ਜਿਹੜੀਆਂ BC ਦੇ ਵਿੱਚ ਬੈਠੀਆਂ ਹੋਈਆਂ, ਮੈਨੀਟੋਬਾ ਦੇ ਵਿੱਚ ਜਿਸ ਤਰ੍ਹਾਂ ਗੱਲ ਕਰ ਰਹੇ ਹੋ ਆਪਾਂ ਦੇਖ ਰਹੇ ਹਾਂ ਸਟੂਡੈਂਟਸ ਬੈਠੇ ਹੋਏ ਨੇ, ਈਵਨ ਓਨਟਾਰੀਓ ਦੇ ਵਿੱਚ। ਬਟ ਉਹਨਾਂ ਨੂੰ ਕਿਤੇ ਵੀ ਗ੍ਰੀਨ ਲਾਈਨਿੰਗ ਨਜ਼ਰ ਨਹੀਂ ਆ ਰਹੀ, ਸਿਲਵਰ ਲਾਈਨਿੰਗ ਨਜ਼ਰ ਨਹੀਂ ਆ ਰਹੀ ਕਿ PR ਹੁੰਦੀ ਨਜ਼ਰ ਆ ਰਹੀ ਹੈ, ਬਿਕੋਜ਼ ਸਕੋਰਸ ਜਿੱਥੇ ਚਲੇ ਗਏ ਨੇ ਉਹ ਸਕੋਰ ਦੇ ਆਸ-ਪਾਸ ਵੀ ਨਹੀਂ ਹੈਗੇ। ਸੋ ਮੈਂ ਹਮੇਸ਼ਾ ਉਹਨਾਂ ਨੂੰ ਕਹਿਣਾ ਕਿ ਭਾਈ ਮੂਵ ਟੂ ਅ ਪ੍ਰੋਵਿੰਸ। ਤੁਹਾਡਾ ਇੱਕ ਸਪਾਊਸ ਕੋਲ ਬੌਂਡਡ ਵਰਕ ਪਰਮਿਟ ਹੈ, ਦੂਸਰੇ ਕੋਲ ਤੇ ਓਪਨ ਵਰਕ ਪਰਮਿਟ ਹੈਗਾ ਆ, ਉਹਦਾ ਫਾਇਦਾ ਲਓ। ਜੇ ਉਹਦੇ ਤੇ ਕੋਈ ਰਿਸਟ੍ਰਿਕਸ਼ਨਸ ਨਹੀਂ ਹੈਗੀਆਂ, ਗੋ ਐਂਡ ਵਰਕ ਇਨ ਦੋਜ਼ ਪ੍ਰੋਵਿੰਸਸ ਜਿੱਥੇ ਤੁਹਾਡੀ PNP ਪੋਸੀਬਲ ਹੈਗੀ ਹੈ ਬਿਨਾ ਪੁਆਇੰਟ ਸਿਸਟਮ ਦੇ, ਗ੍ਰੇਡ 12 ਦੇ ਨਾਲ, 4 ਬੈਂਡ ਦੇ ਨਾਲ। ਉੱਥੇ ਜਾ ਕੇ ਕਿਉਂ ਨਹੀਂ ਕੰਮ ਕਰਦੇ? ਸੋ ਤੁਹਾਨੂੰ ਕਈ ਵਾਰੀ ਨਾ ਆਪਣਾ ਕੰਫਰਟ ਜ਼ੋਨ ਛੱਡਣਾ ਪੈਂਦਾ ਜੀ। ਸੋ ਕਈ ਮੋਹ ਛੱਡਣੇ ਪੈਂਦੇ ਨੇ। ਸੋ ਜੇ ਤੁਸੀਂ ਰਿਸ਼ਤੇਦਾਰਾਂ ਦਾ, ਦੋਸਤਾਂ ਮਿੱਤਰਾਂ ਦਾ ਹੀ ਮੋਹ ਕਰਨਾ ਹੈਗਾ ਤੇ ਬਰੈਂਪਟਨ ਦੇ ਵਿੱਚ ਬੈਠੇ ਰਹਿ ਸਕਦੇ ਹੋ, GTA ਦੇ ਵਿੱਚ ਬੈਠੇ ਰਹਿ ਸਕਦੇ ਹੋ, ਸਰੀ ਦੇ ਵਿੱਚ ਬੈਠੇ ਰਹਿ ਸਕਦੇ ਹੋ। ਬਟ ਜੇ PR ਲੈ ਕੇ ਉਹ ਤੁਹਾਡਾ ਪ੍ਰਾਇੋਰਟੀ ਹੈਗੀ ਕਿ ਮੇਰੇ ਬੱਚਿਆਂ ਨੂੰ, ਮੇਰੀ ਵਾਈਫ ਨੂੰ, ਮੇਰੇ ਹਸਬੈਂਡ ਨੂੰ PR ਮਿਲ ਜਾਵੇ, ਉਹ ਕਿੱਥੇ ਮਿਲੇਗੀ? ਉਹਦੇ ਉੱਤੇ ਕੰਮ ਕਰੋ। ਐਂਡ ਜਦੋਂ ਤੁਸੀਂ ਵਰਕ ਪਰਮਿਟ ਵੀ ਲੈ ਰਹੇ ਹੋ, ਉਹੀ ਤੁਹਾਡਾ ਫੋਕਸ ਹੋਣਾ ਚਾਹੀਦਾ ਕਿ ਮੈਂ ਸਾਲ, 2 ਸਾਲ, 2.5 ਸਾਲ ਸਟਰਗਲ ਕਰਨ ਵਾਸਤੇ ਤਿਆਰ ਹੈਗਾ, ਬਟ ਕਿਹੜਾ PR ਮੈਨੂੰ, ਕਿਹੜਾ ਪ੍ਰੋਵਿੰਸ ਮੈਨੂੰ ਦੇ ਰਿਹਾ। ਸੋ ਉਹਦੇ ਤੇ ਕੰਮ ਕਰੋ। ਆਕੂਪੇਸ਼ਨਸ ਇਨ ਡਿਮਾਂਡ ਹਰ ਪ੍ਰੋਵਿੰਸਿਸ ਦੇ ਹੈਗੇ ਨੇ, ਸੋ ਉਹਨਾਂ ਤੇ ਉਹ ਜੌਬਸ ਦੇਖੋ। ਬੇਸਿਕ ਜੌਬਸ, ਬਲੂ ਕਾਲਰ, ਬਹੁਤ ਸਾਰੀਆਂ ਇਹੋ ਜਿਹੀਆਂ ਜੌਬਸ ਹੈਗੀਆਂ ਜਿਹੜੀਆਂ ਤੁਹਾਨੂੰ PR ਕਰਾ ਰਹੀਆਂ ਹੈਗੀਆਂ। ਮੇਰੇ ਕੋਲ ਬਹੁਤ ਸਾਰੇ ਐਪਲੀਕੈਂਟਸ ਆਉਂਦੇ ਜੀ, ਅਸੀਂ ਟਰੱਕ ਦਾ ਲਾਇਸੈਂਸ ਲੈ ਰਹੇ ਹਾਂ ਜੀ, 6 ਮਹੀਨੇ ਬਾਅਦ ਅਸੀਂ ਤੁਹਾਡੇ ਕੋਲ ਆਉਣਾ ਹੈ ਕਿ EMPLOYER ਲੱਭ ਕੇ ਦਿਓਗੇ ਜੀ? ਬਿਲਕੁਲ, ਅਸੀਂ ਕਹਿੰਦੇ ਜੀ 6 ਮਹੀਨੇ ਬਾਅਦ ਆ ਕੇ ਆਪਣਾ CV ਸਾਨੂੰ ਫਾਰਵਰਡ ਕਰ ਦੇਣਾ, ਆਪਣਾ ਲਾਇਸੈਂਸ ਸਾਨੂੰ ਦਿਖਾਣਾ, ਤੇ ਉਸ ਵੇਲੇ ਜਿਹੜੇ ਐਗਜ਼ਿਸਟਿੰਗ EMPLOYER ਸਾਨੂੰ ਮੰਗਣਗੇ ਤੁਹਾਡਾ ਫਾਰਵਰਡ ਕਰ ਦਿਆਂਗੇ ਐਂਡ LMIA ਦੇ ਵਿੱਚ ਹੈਲਪ ਕਰ ਸਕਦੇ ਹਾਂ। ਬਟ ਤੁਸੀਂ 6 ਮਹੀਨੇ ਤਾਂ ਗਵਾ ਲਏ। ਇੱਥੇ 1 ਸਾਲ ਬਾਅਦ ਤੁਸੀਂ PNP ਵਾਸਤੇ ਕੁਆਲੀਫਾਈ ਕਰ ਜਾਣਾ ਹੈ। ਤੁਸੀਂ ਆਪਣਾ ਟਾਈਮ ਤੇ ਆਪਣੀ ਪ੍ਰਾਇੋਰਟੀ, ਅਸੀਂ ਪੈਸੇ ਜ਼ਿਆਦਾ ਬਣਾ ਸਕਦੇ ਹਾਂ ਜੀ ਐਜ਼ ਅ ਟਰੱਕ, ਐਬਸੋਲੂਟਲੀ ਬਣਾ ਸਕਦੇ ਹੋ, ਬਟ ਅੱਜ ਦੀ ਤਰੀਕ ਦੇ ਵਿੱਚ ਉਹ ਤੁਸੀਂ 6 ਮਹੀਨੇ ਗਵਾ ਵੀ ਤਾਂ ਰਹੇ ਹੋ। ਕਈ ਵਾਰੀ ਤੁਹਾਨੂੰ ਆਪਣੀ ਕੈਲਕੂਲੇਸ਼ਨਸ ਆਪੇ ਕਰਨੀਆਂ ਪੈਂਦੀਆਂ, ਮੈਂ ਕੀ ਗਵਾ ਰਿਹਾ ਤੇ ਮੈਂ ਕੀ ਪਾ ਰਿਹਾ। ਗੱਲ ਕਰਾਂਗੇ ਇਹਦੇ ਬਾਰੇ, ਸਾਡੇ ਨਾਲ ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਅਸੀਂ ਨਾ ਸੈਕਿੰਡ ਰਿਵਿਊ, ਸਾਡਾ ਸਕੈਚ 1 ਦਾ IPA ਆ ਗਿਆ ਸੀਗਾ PNP ਦੇ ਵਿੱਚ ਐਕਸਪ੍ਰੈਸ ਐਂਟਰੀ ਦੇ ਥਰੂ, ਤੇ ਜਦੋਂ ਅਸੀਂ ਪ੍ਰੂਫ ਆਫ ਫੰਡ ਪਾਏ ਉਹਦੇ ਵਿੱਚ ਮਤਲਬ ਕਿ ਉਹਨਾਂ ਨੇ ਅਪਰੂਵ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਤੁਸੀਂ ਸੈਕਿੰਡ ਰਿਵਿਊ ਪਾ ਸਕਦੇ ਹੋ। ਉਹਨਾਂ ਕੋਲ ਵੀ ਗਲਤੀ ਲੱਗ ਗਈ ਪ੍ਰੂਫ ਆਫ ਫੰਡ ਦੇ ਵਿੱਚ, ਸਾਡੇ ਕੋਲ ਵੀ ਕੁਝ ਗਲਤ ਪ੍ਰੈਜ਼ੈਂਟ ਕਰ ਹੋ ਗਿਆ, ਤੇ ਹੁਣ ਅਸੀਂ ਸੈਕਿੰਡ ਰਿਵਿਊ ਪਾਇਆ। ਤੁਸੀਂ ਕੁਝ ਹੈਲਪ ਕਰ ਸਕਦੇ ਹੋ ਕਿ ਸੈਕਿੰਡ ਰਿਵਿਊ ਜਲਦੀ ਹੋ ਜਾਵੇ ਸਾਡਾ? ਜੀ, ਤੁਸੀਂ TV ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ। ਨੈਕਸਟ ਕਾਲਰ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਕੈਲਗਰੀ ਤੋਂ ਬੋਲਦੇ ਹਾਂ, ਕੈਨੇਡਾ ਚੋਂ। ਤੇ ਮੇਰੇ PR ਤੇ ਨਾ ਮੇਰੇ ਜਨਮ ਦਿਨ ਦੀ ਗਲਤੀ ਪਈ ਵੀ ਆ। ਮੇਰਾ ਜਨਮ ਹੈਗਾ 22 ਤਰੀਕ ਦਾ, 12/22 ਦਾ, ਤੇ ਉਹ ਜੀ 28 ਪਾਤਾ, ਤੇ ਮੈਂ ਜਾਣਾ ਸੀ ਇੰਡੀਆ। ਫਿਰ ਇਹਦਾ ਕੋਈ ਚੱਕਰ ਬਣੂਗਾ? ਜੀ, ਤੁਸੀਂ TV ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਸੋ ਮਚ, ਤੁਸੀਂ ਪ੍ਰੋਗਰਾਮ 'ਚ ਕਾਲ ਕੀਤੀ ਹੈ ਜੀ। ਸਰ, ਪਹਿਲਾਂ ਜਿਹਨਾਂ ਨੇ ਪ੍ਰੂਫ ਆਫ ਫੰਡਸ ਦੀ ਗੱਲ ਕੀਤੀ ਸੀ। ਓਕੇ ਤਰਨ ਜੀ, ਬਹੁਤ ਸਾਰੇ PNPs ਦੇ ਵਿੱਚ ਜਦੋਂ ਕੋਈ ਚੈਲੰਜ ਆ ਜਾਂਦਾ, ਕੋਈ ਇਸ਼ੂ ਆ ਜਾਂਦਾ, ਮੇਰੇ ਕੋਲ ਬਹੁਤ ਸਾਰੇ ਇਹੋ ਜਿਹੇ ਕਲਾਇੰਟਸ ਇਸ ਤਰ੍ਹਾਂ ਆਏ ਹੋਏ ਨੇ ਜਿਨ੍ਹਾਂ ਨੇ ਐਪਲੀਕੇਸ਼ਨ ਆਪਣੀ ਸਬਮਿਟ ਕੀਤੀ ਸੀ। ਕਈ ਵਾਰੀ ਜੇ ਅਸੀਂ ਸਬਮਿਸ਼ਨ ਕਰਨ ਦੇ ਵਿੱਚ ਨਾ ਕਾਹਲੀ ਕਰ ਜਾਂਦੇ ਹਾਂ। ਸੋ ਜਦੋਂ ਕਾਹਲੀ ਕਰਦੇ ਹਾਂ ਤੇ ਅਸੀਂ ਕੋਈ ਨਾ ਕੋਈ ਚੀਜ਼ ਮਿਸ ਕਰ ਜਾਂਦੇ ਹਾਂ, ਤੇ ਅਸੀਂ ਸੋਚਦੇ ਹਾਂ ਕਿ ਅਸੀਂ ਕੰਸਲਟੈਂਟ ਨਾਲੋਂ ਵੱਧ ਜਾਣਦੇ ਹਾਂ, ਲਾਇਰ ਨਾਲੋਂ ਵੱਧ ਜਾਣਦੇ ਹਾਂ। ਇੱਕ ਮੇਰੇ ਕੋਲ ਇਹੋ ਜਿਹਾ ਕਲਾਇੰਟ ਆਇਆ ਹੋਇਆ ਜਿਨ੍ਹਾਂ ਨੇ ਆਪਣੀ ਐਪਲੀਕੇਸ਼ਨ ਲਗਾਈ ਤੇ ਉਹ 12 ਮਹੀਨਿਆਂ ਤੋਂ 4 ਦਿਨ ਉਹਨਾਂ ਦਾ ਵਰਕ ਐਕਸਪੀਰੀਅੰਸ ਘੱਟ ਸੀਗਾ। ਉਹਦੇ ਕਰਕੇ ਉਹਨਾਂ ਨੂੰ ਐਕਸਪਲੇਨੇਸ਼ਨ ਆ ਗਈ ਹੈਗੀ। ਸੋ ਐਕਸਪਲੇਨੇਸ਼ਨ ਜਦੋਂ ਆਈ ਤੇ ਦੈਟ ਮੀਨਸ ਹਿਸ ਫਾਈਲ ਇਜ਼ ਆਲਮੋਸਟ ਔਨ ਅ ਵਰਜ ਆਫ ਰਿਫਿਊਜ਼ਲ, ਬਿਕੋਜ਼ ਤੁਸੀਂ ਉਹਨੂੰ ਅਮੈਂਡ ਹੀ ਨਹੀਂ ਕਰ ਸਕਦੇ। ਜੇ ਤੁਸੀਂ ਜਿਹੜੀ ਚੀਜ਼ ਸਬਮਿਟ ਕਰ ਦਿੱਤੀ, ਜਿਹੜੇ ਡਾਕੂਮੈਂਟਰੀ ਪ੍ਰੂਫਸ ਭੇਜ ਦਿੱਤੇ, ਤੇ ਤੁਸੀਂ ਉਹ ਮੀਟ ਨਹੀਂ ਕਰ ਰਹੇ ਰਿਕੁਆਇਰਮੈਂਟਸ। ਇਸੇ ਤਰ੍ਹਾਂ ਕਦੀ ਜੌਬ ਆਫਰ ਦੀਆਂ ਜਦੋਂ ਤੁਸੀਂ ਐਕਸਪਲੇਨੇਸ਼ਨਸ ਦਿੰਦੇ ਹੋ ਤੇ ਜੌਬ ਡਿਊਟੀਜ਼ ਕਈ ਵਾਰੀ ਤੇ ਕੱਟ ਕਾਪੀ ਕਰਕੇ ਉਹ ਜੌਬ ਡਿਊਟੀਜ਼ ਹੁੰਦੀਆਂ ਨਹੀਂ ਹੈਗੀਆਂ। ਤੁਹਾਡੀਆਂ ਜੌਬ ਡਿਊਟੀਜ਼ 99%, 80% ਜਾਂ 70% ਵੀ ਮੈਚ ਕਰ ਰਹੀਆਂ, 60% ਵੀ ਮੈਚ
ਮੈਚ ਕਰਨ ਦੇ ਆਰ ਗੁੱਡ। ਤੁਸੀਂ ਜਦੋਂ 100% ਮੈਚ ਕਰਾਉਣ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਸੀਂ ਆਪਣੀ ਫਾਈਲ ਆਪ ਖਰਾਬ ਕਰ ਲੈਂਦੇ ਹੋ। ਸੋ ਇਸੇ ਤਰ੍ਹਾਂ ਇਹਨਾਂ ਭੈਣ ਜੀ ਨੇ ਵੀ ਕੋਈ ਇਹੋ ਜਿਹੀ ਚੀਜ਼ ਹੋਈ ਹੈ ਕਿ ਉਹਨਾਂ ਨੇ ਜਦੋਂ ਪ੍ਰੂਫ ਆਫ ਫੰਡਸ ਦਿੱਤੇ ਤੇ ਉਹ ਅਣਗਹਿਲੀ ਹੋ ਗਈ ਜਾਂ ਕੁਝ ਹੋ ਗਿਆ। ਅੱਜ ਦੀ ਤਰੀਕ ਦੇ ਵਿੱਚ ਸੈਕੰਡ ਰਿਵਿਊ ਦੇ ਵਿੱਚ ਤੁਹਾਨੂੰ ਕੋਈ ਹੈਲਪ ਨਹੀਂ ਕਰ ਸਕਦਾ। ਦੇ ਵਿਲ ਟੇਕ देयर ਓਨ ਸਵੀਟ ਟਾਈਮ। ਅੱਜ ਦੀ ਤਰੀਕ ਦੇ ਵਿੱਚ ਸੈਸਕੈਚੁਆਨ ਦਾ ਸਵੀਟ ਟਾਈਮ ਹੈਗਾ ਐਨੀਵੇਅਰ ਬਿਟਵੀਨ 3 to 4 months, 3 to 6 months rather। ਸੋ 3 to 6 months ਦੇ ਵਿੱਚ ਯੂ ਵਿਲ ਹੀਅਰ ਬੈਕ ਐਂਡ ਹੋਪਫੁਲੀ ਯੂ ਗੈਟ ਸਮ ਗੁੱਡ ਨਿਊਜ਼। ਜੀ ਬਿਲਕੁਲ। ਤੇ ਇਸ ਤੋਂ ਬਾਅਦ ਕਾਲ ਆਈ ਸੀ ਜਿਨ੍ਹਾਂ ਨੇ ਕਿਹਾ ਸੀ ਕਿ ਬਰਥ ਡੇਟ ਦੇ ਵਿੱਚ ਪੀਆਰ ਕਾਰਡ ਦੇ ਵਿੱਚ ਪ੍ਰੋਬਲਮ ਹੈ। ਹਾਂਜੀ ਬਿਲਕੁਲ, ਜੇ ਤੁਹਾਡੀ ਪ੍ਰੋਬਲਮ ਤੁਹਾਡੇ ਵੱਲੋਂ ਗਲਤ ਸਬਮਿਟ ਨਹੀਂ ਹੋਈ ਐਂਡ ਇਮੀਗ੍ਰੇਸ਼ਨ ਵੱਲੋਂ, ਉਹ ਤੁਸੀਂ ਅਮੈਂਡਮੈਂਟ ਆਫ ਦਾ ਡਾਕੂਮੈਂਟੇਸ਼ਨ ਮੰਗਵਾ ਸਕਦੇ ਹੋ ਐਂਡ ਉਹ ਮੰਗਵਾ ਕੇ ਹੀ ਟਰੈਵਲ ਕਰਿਆ ਜੇ ਤਾਂ ਬੈਟਰ ਹੈਗਾ ਜੀ। ਵਰਕ ਪਰਮਿਟ ਦੀਆਂ ਐਪਲੀਕੇਸ਼ਨਸ ਦੇ ਬਾਰੇ ਵਿੱਚ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੇ ਇੱਥੇ ਹੈਗੇ ਆ ਕਿਸ ਤਰੀਕੇ ਨਾਲ ਇਸ ਓਪਰਚੁਨਿਟੀ ਨੂੰ ਜਿਹੜਾ ਆ ਉਹ ਇਸ ਵਕਤ ਯੂਜ਼ ਕਰ ਸਕਦੇ ਬਿਲਕੁਲ ਤਰਨ ਜੀ, ਜਿਹੜੇ ਵੀ ਦੋਸਤ ਕੈਨੇਡਾ ਦੇ ਵਿੱਚ ਹੈਗੇ ਨੇ, ਆ ਦੇਖੋ ਕਿ ਤੁਹਾਡੀ ਐਜੂਕੇਸ਼ਨ ਕੀ ਹੈਗੀ ਹੈ, ਏਜ ਕੀ ਹੈਗੀ, ਐਕਸਪੀਰੀਅੰਸ ਕੀ ਹੈਗਾ, ਲੈਂਗੁਏਜ ਸਕਿੱਲਸ ਕੀ ਹੈਗੀਆਂ ਐਂਡ ਤੁਸੀਂ ਕਿੰਨਾ ਆਪਣੇ ਬੱਚਿਆਂ ਵਾਸਤੇ ਸੈਕਰੀਫਾਈਸ। ਕਈ ਵਾਰੀ ਕੁਝ ਇਹੋ ਜਿਹੇ ਐਪਲੀਕੈਂਟਸ ਆਉਂਦੇ ਨੇ ਜਿਹੜੇ ਸੈਕਰੀਫਾਈਸ ਕਰਨ ਵਾਸਤੇ, ਕੰਪਰੋਮਾਈਜ਼ ਕਰਨ ਵਾਸਤੇ ਤਿਆਰ ਨਹੀਂ। ਮੈਂ ਮੈਨੇਜਰ ਸੀਗਾ ਜੀ, ਮੈਂ ਮੈਨੇਜਰ ਦੀ ਜੌਬ, ਕਈ ਵਾਰੀ ਮੈਨੇਜਰ ਦੀ ਜੌਬ ਨਹੀਂ ਮਿਲਦੀ, ਸੁਪਰਵਾਈਜ਼ਰ ਦੀ ਜੌਬ ਕਰਨੀ ਪੈਂਦੀ, ਕਈ ਵਾਰੀ ਸੁਪਰਵਾਈਜ਼ਰ ਦੀ ਨਹੀਂ ਮਿਲਦੀ, ਤੁਹਾਨੂੰ ਬੇਸਿਕ ਜੌਬ ਬਲੂ ਕਾਲਰ ਕਰਨੀ ਪੈਂਦੀ ਹੈ। ਬਟ ਉਹ ਕਾਹਦੇ ਵਾਸਤੇ ਕਰਦੇ ਪਏ ਹੋ? ਆਪਣੀ ਫੈਮਿਲੀ ਦੀ ਕੰਫਰਟ ਵਾਸਤੇ, ਇਵੈਂਚੁਅਲੀ ਫॉर ਅ ਬੈਟਰ ਟਾਈਮ, ਕਿ ਤੁਸੀਂ ਚਾਹੁੰਦੇ ਹੋ ਕਿ ਕੈਨੇਡਾ ਇਮੀਗ੍ਰੇਟ ਹੋ ਜਾਓ ਵਿਦ ਫੈਮਿਲੀ, ਤਾਂ ਹੀ ਉਹ ਬੈਟਰ ਫਿਊਚਰ ਵਾਸਤੇ ਕਰ ਰਹੇ ਹੋ। ਸੋ ਉਹ ਤੁਹਾਨੂੰ ਕਈ ਵਾਰੀ ਕੰਪਰੋਮਾਈਜ਼ ਕਰਨੇ ਪੈਂਦੇ ਨੇ। ਕਈ ਵਾਰੀ ਤੁਸੀਂ ਬੱਚਿਆਂ ਵਾਸਤੇ ਸਟਰਗਲ ਵੀ ਕਰਦੇ ਹੋ ਐਂਡ ਉਹ ਆਉਣ ਵਾਲਾ ਟਾਈਮ ਤੁਹਾਨੂੰ ਫਰੂਟਫੁਲ ਹੋ ਜਾਂਦਾ ਹੈਗਾ। ਸੋ ਜਦੋਂ ਉਹ ਪੀਆਰ ਮਿਲ ਗਈ ਤਾਂ ਸਾਰੀਆਂ ਹੀ ਜਿਹੜੇ ਹਾਰਡ ਵਰਕਸ ਹੈਗੇ ਨੇ ਉਹ ਸਾਰੇ ਪੂਰੇ ਹੋ ਗਏ। ਸੋ ਅੱਜ ਦੀ ਤਰੀਕ ਦੇ ਵਿੱਚ ਮੈਂ ਫਿਰ ਕਹੂੰਗਾ ਜੀ, ਐਟਲਾਂਟਿਕਸ ਆਰ ਅਮੇਜ਼ਿੰਗ ਪ੍ਰੋਵਿੰਸਸ, ਸੈਸਕੈਚੁਆਨ ਇਜ਼ ਅਮੇਜ਼ਿੰਗ ਪ੍ਰੋਵਿੰਸ, ਪ੍ਰੋਵਾਈਡਡ ਤੁਹਾਡੇ ਕੋਲ EMPLOYER ਹੋਵੇ ਜਿਹੜਾ ਤੁਹਾਨੂੰ PNP ਦੇ ਵਿੱਚ ਹੈਲਪ ਕਰਨ ਵਾਸਤੇ ਤਿਆਰ ਹੋਵੇ। ਇਸੇ ਤਰ੍ਹਾਂ ਨੋਵਾ ਸਕੋਸ਼ੀਆ, ਨਿਊ ਬ੍ਰੰਸਵਿਕ, ਨਿਊ ਫਾਊਂਡਲੈਂਡ, ਪ੍ਰਿੰਸ ਐਡਵਰਡ ਆਈਲੈਂਡ, ਯੂ ਸ਼ੁੱਡ ਹੈਵ ਐਨ EMPLOYER ਜਿਹੜਾ ਡੈਜ਼ਿਗਨੇਟਿਡ ਹੋਵੇ ਐਂਡ ਕੱਲ ਨੂੰ ਤੁਹਾਡੀ ਪਰਮਾਨੈਂਟ ਰੈਜ਼ੀਡੈਂਸੀ ਦੀ ਐਪਲੀਕੇਸ਼ਨ ਕਰਨ ਵਾਸਤੇ ਹੈਲਪਫੁਲ ਹੋਵੇ। ਓਨਟਾਰੀਓ ਦੇ ਵਿੱਚ EMPLOYERS ਦੇ ਕੋਲ ਇੰਨੀਆਂ ਕੁ ਆਪਸ਼ਨਸ ਹੈਗੀਆਂ ਕਿ ਇਫ ਦੇ ਡੋਂਟ ਹਾਇਰ ਯੂ, ਦੇ ਹੈਵ 10 ਅਦਰ ਪੀਪਲ ਟੂ ਟੇਕ ਦਾ ਸੇਮ ਜੌਬ। ਸੋ ਉਹ ਤੁਹਾਡੀ ਹੈਲਪ ਉਸ ਤਰ੍ਹਾਂ ਨਹੀਂ ਕਰ ਪਾਏਗਾ ਅੰਟਿਲ ਐਂਡ ਅਨਲੈਸ ਤੁਹਾਡੀ ਕੋਈ ਖਾਸ ਰਿਸ਼ਤੇਦਾਰੀ ਹੋਵੇ ਜਾਂ ਖਾਸ ਰਿਲੇਸ਼ਨਸ਼ਿਪ ਹੋਵੇ। ਸੋ ਆਪਣੀ ਪੀਆਰ ਦੇ ਉੱਤੇ ਫੋਕਸ ਰੱਖੋ ਰਾਦਰ ਦੈਨ ਆਪਣੀ ਕੰਫਰਟ ਦੇ ਉੱਤੇ, ਮੈਂ ਤਾਂ ਇਹ ਕਹੂੰਗਾ ਜੀ ਬਿਲਕੁਲ। ਤੇ ਸਰ ਜਿਹੜੇ ਦਰਸ਼ਕ ਇਸ ਵਕਤ ਤੁਹਾਨੂੰ ਦੇਖ ਰਹੇ ਨੇ, ਕਈ ਵਾਰ ਤੁਹਾਡੇ ਕੋਲ ਓਪਰਚੁਨਿਟੀਜ਼ ਹੁੰਦੀਆਂ ਨੇ, ਜੇ ਹੈਗੀਆਂ ਨੇ ਤਾਂ ਪਲੀਜ਼ ਸਾਡੇ ਨਾਲ ਸਾਂਝੀਆਂ ਕਰ ਦਿਓ। ਬਿਲਕੁਲ ਤਰਨ ਜੀ, ਕੋਈ ਵੀ ਐਪਲੀਕੈਂਟ ਇਸ ਟਾਈਮ ਸਾਨੂੰ ਸੁਣ ਰਿਹਾ ਹੈਗਾ, ਜੇ ਤੁਸੀਂ ਵਿਜ਼ਿਟ ਵੀਜ਼ਾ ਤੇ ਕੈਨੇਡਾ ਦੇ ਵਿੱਚ ਹੈਗੇ ਹੋ, ਆਏ ਹੋਏ ਹੋ, ਜਾਂ ਕੈਨੇਡਾ ਦਾ ਜਾਂ ਵਿਜ਼ਿਟ ਵੀਜ਼ਾ ਲੱਗਿਆ ਹੋਇਆ ਤੁਹਾਡੇ ਕੋਲ ਐਂਡ ਓਪਰਚੁਨਿਟੀ ਲੈਣਾ ਚਾਹੁੰਦੇ ਹੈਗੇ ਹੋ ਪਬਲਿਕ ਪਾਲਿਸੀ ਦੀ ਜਿਹੜੀ ਵਿਜ਼ਿਟਰ ਟੂ ਵਰਕ ਪਰਮਿਟ ਦੀ, ਤੇ ਇੱਕ ਵਾਰੀ ICC ਕੋਲ ਆ ਕੇ ਆਪਣਾ CV 1-on-1 ਇਨ ਪਰਸਨ ਆ ਕੇ ਡਿਸਕਸ ਕਰੋ। ਦੇਰ ਆਰ ਆਪਸ਼ਨ ਜਿੱਥੇ ਤੁਸੀਂ 1 ਸਾਲ ਬਾਅਦ PR ਵਾਸਤੇ ਕੁਆਲੀਫਾਈ ਕਰ ਸਕਦੇ ਹੋ। ਆਈਲੈਟਸ 4 ਬੈਂਡ ਚਾਹੀਦਾ, ਅੱਜ ਨਹੀਂ ਚਾਹੀਦਾ, ਉਦੋਂ ਚਾਹੀਦਾ ਜਦੋਂ ਤੁਹਾਡੀ PNP ਦੀ ਐਪਲੀਕੇਸ਼ਨ ਚਾਹੀਦੀ ਹੈ। ਗ੍ਰੇਡ 12 ਦੀ ਅਸੈਸਮੈਂਟ ਅੱਜ ਨਹੀਂ ਚਾਹੀਦੀ, ਉਦੋਂ ਚਾਹੀਦੀ ਹੈ ਜਦੋਂ ਤੁਹਾਡੀ PR ਦੀ ਐਪਲੀਕੇਸ਼ਨ ਲੱਗਣੀ ਹੈ। ਨਿਊ ਬ੍ਰਾਂਸਵਿਕ ਦੇ ਵਿੱਚ 58 ਹੈਗੀ ਹੈ ਏਜ ਮੈਕਸਿਮਮ। ਸੋ ਨੋਵਾ ਸਕੋਸ਼ੀਆ ਦੇ ਵਿੱਚ 55 ਹੈਗੀ ਹੈ। ਸੋ ਜੇ ਤੁਹਾਡੀ ਏਜ ਇਹਨਾਂ ਤੋਂ ਘੱਟ ਹੈਗੀ ਹੈ ਤੇ ਐਬਸੋਲੂਟਲੀ PNP ਦੇ ਵਿੱਚ ਤੁਸੀਂ ਕੁਆਲੀਫਾਈ ਕਰੋਗੇ 1 ਸਾਲ ਬਾਅਦ। ਜੀ ਇਹ ਪ੍ਰੋਗਰਾਮ ਦੀ ਲਾਸਟ ਕਾਲ ਅਸੀਂ ਲੈ ਰਹੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਮ, ਮੈਂ ਕੈਲਗਰੀ ਤੋਂ ਬੋਲ ਰਹੀ ਹਾਂ। ਹਾਂਜੀ। ਤੇ ਮੈਂ ਜੋ ਅਲਬਰਟਾ ਦੇ ਵਿੱਚ ਨਿਊ ਰੂਲ ਇੰਪਲੀਮੈਂਟ ਹੋਇਆ ਉਹਦੇ ਬਾਰੇ ਪਤਾ ਕਰਨਾ ਸੀ ਕਿ ਉਹ ਜੋ ਤੁਸੀਂ ਆਪਣੇ ਬ੍ਰਦਰ ਸਿਸਟਰ ਨੂੰ, ਸਿਬਲਿੰਗਸ ਨੂੰ ਸਪਾਂਸਰ ਕਰ ਸਕਦੇ ਹੋ ਕਿ ਉਹ ਆਕੂਪੇਸ਼ਨ ਡਿਮਾਂਡ ਦੇ ਵਿੱਚ ਜੋ ਹੈਗੇ ਨੇ ਉਹਨਾਂ ਨੂੰ ਹੀ ਕਰ ਸਕਦੇ ਆ? ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਸੋ ਮਚ, ਤੁਸੀਂ ਪ੍ਰੋਗਰਾਮ 'ਚ ਕਾਲ ਕੀਤੀ ਹੈ ਜੀ। ਜੀ ਸਰ ਬਿਲਕੁਲ ਜੀ, ਇਹ ਨਵੀਂ ਤਰਨ ਸਾਨੂੰ ਇਹ ਵੀ ਹਾਈਲਾਈਟ ਕਰਨਾ ਚਾਹੀਦਾ ਸੀਗਾ ਐਂਡ ਨੈਕਸਟ ਪ੍ਰੋਗਰਾਮ ਦੇ ਵਿੱਚ ਵੀ ਵਿਲ ਟਾਕ ਐਕਸਕਲੂਸਿਵਲੀ ਔਨ ਦਿਸ ਐਜ਼ ਵੈਲ। ਇੱਕ ਸੈਗਮੈਂਟ ਅਸੀਂ ਜ਼ਰੂਰ ਕਰਾਂਗੇ ਕਿ ਖਾਸ ਕਰ ਜਿਹਨਾਂ ਦੇ ਭੈਣ ਭਾਈ ਅਲਬਰਟਾ ਦੇ ਵਿੱਚ ਹੈਗੇ ਨੇ, ਪਰਮਾਨੈਂਟ ਰੈਜ਼ੀਡੈਂਟਸ ਹੈਗੇ ਨੇ, ਸਿਟੀਜ਼ਨਸ ਹੈਗੇ ਨੇ, ਉਹਨਾਂ ਵਾਸਤੇ ਇੱਕ ਨਵਾਂ ਪ੍ਰੋਗਰਾਮ ਉਲੀਕਿਆ ਗਿਆ ਹੈਗਾ ਤਾਂ ਕਿ ਉਹ ਆਪਣੇ ਫੈਮਿਲੀ ਨੂੰ ਸਪਾਂਸਰ ਕਰ ਸਕਣ। ਸੋ ਉਹਦੇ ਵੀ ਪੁਆਇੰਟਸ ਮਿਲਣਗੇ ਐਂਡ ਇਵੈਂਚੁਅਲੀ ਬਿਲਕੁਲ ਜੀ ਜੇ ਆਕੂਪੇਸ਼ਨ ਇਨ ਡਿਮਾਂਡ ਦੇ ਵਿੱਚ ਹੋਏਗਾ ਹੋਰ ਬੈਟਰ ਹੋਏਗਾ, ਬਟ ਅਦਰਵਾਈਜ਼ ਵੀ ਇਹ ਪ੍ਰੋਗਰਾਮ ਵਰਕ ਕਰ ਸਕਦਾ ਹੈਗਾ। ਸੋ ਇਹਦੀ ਅਗਲੀ ਵਾਰੀ ਵੀ ਵਿਲ ਡਿਸਕਸ ਦ ਕੰਪਲੀਟ ਡਿਟੇਲਸ ਔਨ ਦਿਸ ਪ੍ਰੋਗਰਾਮ। ਬਿਲਕੁਲ ਜੀ। ਨੈਕਸਟ ਫਿਰ ਬੁੱਧਵਾਰ ਨੂੰ ਤੁਸੀਂ ਦੇਖਣਾ ਨਾ ਭੁੱਲਿਓ 3 ਤੋਂ ਲੈ ਕੇ 4 ਵਜੇ ਦੇ ਵਿੱਚ ਸਾਡਾ ਪ੍ਰੋਗਰਾਮ। ਇੱਕ ਹੋਰ ਚੀਜ਼, ਜੇ ਇਨ ਦਾ ਮੀਨ ਟਾਈਮ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਤਾਂ ਸਾਡੇ ਆਫਿਸ ਦੇ ਵਿੱਚ ਫੋਨ ਕਰਕੇ ਅਪਾਇੰਟਮੈਂਟ ਬਣਾ ਸਕਦੇ ਹੋ ਐਂਡ ਆਈ ਕੈਨ ਡਿਸਕਸ ਤੁਹਾਡੀਆਂ ਬ੍ਰਦਰ ਦੀਆਂ ਡਿਟੇਲਸ ਮੈਨੂੰ ਭੇਜ ਦਿਓ, ਮੈਂ ਇਵੈਲੂਏਟ ਕਰਕੇ ਤੁਹਾਡੇ ਨਾਲ ਡਿਸਕਸ ਕਰ ਸਕਦਾ। ਤਰਨ ਇੱਕ ਚੀਜ਼ ਹੋਰ ਜ਼ਰੂਰ ਕਹਿਣਾ ਚਾਹਾਂਗਾ ਜਾਣ ਤੋਂ ਪਹਿਲਾਂ ਕਿ ਜਿੰਨੇ ਵੀ ਸਟੂਡੈਂਟਸ ਪ੍ਰੋਟੈਸਟ ਕਰ ਰਹੇ ਨੇ ਐਂਡ ਆਊਟ ਆਫ ਸਟੇਟਸ ਹੋਣ ਵਾਲੇ ਨੇ,
ਉਹ ਜਾਂ ਵਿਦਿਨ ਸਟੇਟਸ ਖਤਮ ਹੋ ਚੁੱਕਾ ਆ 3-4 ਮਹੀਨਿਆਂ ਦੇ ਵਿੱਚ, ਇੱਕ ਵਾਰੀ ਸਾਡੇ ਨਾਲ ਜ਼ਰੂਰ ਕੰਟੈਕਟ ਕਰਨ। देयर ਮਾਈਟ ਬੀ ਸਮਥਿੰਗ ਵੀ ਮਾਈਟ ਬੀ ਏਬਲ ਟੂ ਹੈਲਪ them with। ਬਿਲਕੁਲ ਸਰ, ਕਦੋਂ ਕਿਵੇਂ ਕਿੱਥੇ ਕੰਟੈਕਟ ਕਰ ਸਕਦੇ ਨੇ? ਜੀ ਸਾਡਾ ਹੈੱਡ ਆਫਿਸ ਮਿਸਿਸ ਸਾਗਾ ਦੇ ਵਿੱਚ ਹੈਗਾ ਜੀ, 1137 ਡੇਰੀ ਰੋਡ ਈਸਟ, 410 ਤੇ ਡੇਰੀ ਦੇ ਕੋਲ। ਸਾਡਾ ਫੋਨ ਨੰਬਰ ਹੈਗਾ ਜੀ 9054612424। WhatsApp ਨੰਬਰ ਹੈਗਾ 6478509000, 6478509000, ਐਂਡ ਈਮੇਲ ਆਈਡੀ ਹੈਗਾ info@iccimmigration.ca। ਥੈਂਕ ਯੂ ਸੋ ਮਚ ਸਰ ਸਾਡੇ ਪ੍ਰੋਗਰਾਮ 'ਚ ਆਉਣ ਲਈ। ਥੈਂਕ ਯੂ ਤਰਨਜੀਤ। ਸੋ ਦੋਸਤੋ, ਹੁਣ ਇਮੀਗ੍ਰੇਸ਼ਨ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੈ, ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਫਿਰ ਇੱਥੇ ਤੁਸੀਂ ਵਿਜ਼ਟਰ ਵੀਜ਼ਾ ਤੇ ਹੋ ਤੇ ਇਹਨੂੰ ਵਰਕ ਪਰਮਿਟ 'ਚ ਚੇਂਜ ਕਰਨਾ ਚਾਹੁੰਦੇ ਹੋ, ਤੁਸੀਂ ICC ਇਮੀਗ੍ਰੇਸ਼ਨ ਦੇ ਨਾਲ ਕੰਟੈਕਟ ਕਰ ਸਕਦੇ ਹੋ। ਇਸ ਦੇ ਨਾਲ ਹੀ ਫਿਲਹਾਲ ਦਿਓ ਇਜਾਜ਼ਤ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।